ਹੈਲੋ एवरीवन ਵੈਲਕਮ ਟੂ CBC ਅਕੈਡਮੀ ਅਬੋਹਰ। ਅੱਜ ਤੋਂ ਆਪਾਂ ਸਟਾਰਟ ਕਰਨ ਲੱਗੇ ਹਾਂ ਮਾਡਰਨ ਹਿਸਟਰੀ, ਜਿਹਦੇ 'ਚ ਆਪਾਂ ਕਰਾਂਗੇ ਅੱਜ ਦਾ ਪਹਿਲਾ ਟੌਪਿਕ ਡਿਸਇੰਟੀਗ੍ਰੇਸ਼ਨ ਆਫ ਮੁਗਲਸ, ਐਡਵੈਂਟ ਆਫ ਯੂਰੋਪੀਅਨ। ਸੋ ਨਾਓ ਵੀ ਆਰ ਡਾਇਰੈਕਟਲੀ ਸਟਾਰਟਿੰਗ ਵਿਦ ਦ ਟੌਪਿਕ। ਸਟੂਡੈਂਟਸ, ਜਿਹੜਾ ਆਪਣਾ ਅੱਜ ਦਾ ਪਹਿਲਾ ਟੌਪਿਕ ਹੈ ਮਾਡਰਨ ਹਿਸਟਰੀ ਦੇ ਵਿੱਚ, ਉਹ ਹੈ ਐਡਵੈਂਟ ਆਫ ਯੂਰੋਪੀਅਨ। ਇਹਦੇ ਵਿੱਚ ਪੜ੍ਹਾਂਗੇ ਆਪਾਂ ਡੈਨਿਸ਼, ਫਰੈਂਚ, ਪੋਰਚੁਗੀਜ਼, ਇੰਗਲਿਸ਼ ਜਾਂ ਫਰਾਂਸ ਐਂਡ ਕਦੋਂ ਕਦੋਂ ਆਏ ਅਤੇ ਇਹਨਾਂ ਦੀ ਸਟੈਬਲਿਸ਼ਮੈਂਟ ਕਿਹੜੀਆਂ ਸੀ ਅਤੇ ਕਿਉਂ ਆਏ। ਮੈਂ ਪਹਿਲਾਂ ਦੱਸਣਾ ਚਾਹੁੰਦਾ ਜੀ ਕਿਉਂ ਆਏ ਯੂਰੋਪੀਅਨ ਇੰਡੀਆ ਦੇ ਵਿੱਚ। ਇਹਦਾ ਕਾਰਨ ਸੀ ਇਹ ਮਸਾਲਿਆਂ ਦੀ ਖੋਜ 'ਚ ਆਏ ਸੀਗੇ ਅਤੇ ਹੋਰ ਟਰੇਡ ਕਰਨਾ ਚਾਹੁੰਦੇ ਸੀ ਇੰਡੀਆ ਨਾਲ, ਤਾਂ ਕਰਕੇ ਯੂਰੋਪੀਅਨ ਇੰਡੀਆ ਵਿੱਚ ਆਏ ਸੀਗੇ। ਜਿਹੜਾ ਸਭ ਤੋਂ ਪਹਿਲੇ ਯੂਰੋਪੀਅਨ ਸੀ ਜਿਹੜੇ ਇੰਡੀਆ ਵਿੱਚ ਆਏ ਸੀਗੇ ਉਹ ਸੀਗੇ ਪੋਰਚੁਗੀਜ਼। ਅਤੇ ਆਪਾਂ ਪੜ੍ਹਦੇ ਹਾਂ ਜਿਹੜਾ ਵਾਸਕੋ ਡੀ ਗਾਮਾ ਹੈ 1498 ਈਸਵੀ ਦੇ ਵਿੱਚ ਆਇਆ ਸੀਗਾ ਅਤੇ ਕੈਲੀਕਟ ਜਿਹੜੀ ਬੀਚ ਹੈ ਉੱਥੇ ਲੈਂਡ ਕੀਤਾ ਸੀਗਾ। ਜਿਹੜਾ ਇਹਨਾਂ ਦਾ ਸਭ ਤੋਂ ਪਹਿਲਾ ਗਵਰਨਰ ਸੀਗਾ ਪੋਰਚੁਗੀਜ਼ ਦਾ, ਉਹ ਸੀਗਾ ਫ੍ਰੈਂਸਕੋ ਡੀ ਅਲਮੇਡਾ। ਇਹ ਵੀ ਆਪਾਂ ਯਾਦ ਰੱਖਣਾ, ਜਿਹੜੀ ਇਹਨਾਂ ਦੀ ਪਹਿਲੀ ਸੈਟਲਮੈਂਟ ਸੀ, ਮਤਲਬ ਜਿਹੜੀ ਥਾਂ 'ਤੇ ਇਹਨਾਂ ਨੇ ਆਪਦਾ ਐਡਮਿਨਿਸਟ੍ਰੇਸ਼ਨ ਵਸਾਇਆ ਸੀਗਾ। ਪਹਿਲਾਂ ਜਿਵੇਂ ਆਪਾਂ ਹੁਣ ਜਿਵੇਂ ਇੱਥੇ ਰਹਿੰਦੇ ਹਾਂ ਇੰਡੀਆ ਦੇ ਵਿੱਚ, ਆਪਣਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਦਿੱਲੀ ਤੋਂ ਚੱਲਦਾ ਆ, ਤਾਂ ਇਹਨਾਂ ਦਾ ਪੋਰਚੁਗੀਜ਼ ਦਾ ਉਸ ਟਾਈਮ 'ਤੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਕਿੱਥੋਂ ਚੱਲਦਾ ਸੀਗਾ, ਉਹ ਚੱਲਦਾ ਸੀਗਾ ਕੋਚੀਨ ਤੋਂ। ਜਿਹੜਾ ਪੋਰਚੁਗੀਜ਼ ਨੇ ਗੋਆ ਐਕਵਾਇਰ ਕੀਤਾ ਸੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਉਸ ਟਾਈਮ 'ਤੇ ਛੋਟੇ ਛੋਟੇ ਰਾਜ ਵੰਡਿਆ ਹੋਇਆ ਸੀਗਾ ਇੰਡੀਆ, ਜਿਵੇਂ ਕਿ ਉਸ ਟਾਈਮ ਤੱਕ ਛੋਟੀ ਜਿਹੀ ਰਾਜ ਸੀਗਾ ਬੀਜਾਪੁਰ, ਉੱਥੋਂ ਇਹਨਾਂ ਨੇ ਐਕਵਾਇਰ ਕੀਤਾ ਗੋਆ, ਮਤਲਬ ਕਬਜ਼ਾ ਕੀਤਾ 1510 ਈਸਵੀ ਦੇ ਵਿੱਚ। ਜਿਹੜਾ ਉਸ ਟਾਈਮ 'ਤੇ ਗਵਰਨਰ ਸੀਗਾ ਉਹ ਸੀਗਾ ਅਲਬਰੀਕੀ। ਸੋ ਇਹ ਵੀ ਆਪਾਂ ਯਾਦ ਰੱਖਣਾ ਹੈ। ਸੋ ਆਪਾਂ ਅੱਗੇ ਵਧਦੇ ਹਾਂ ਪੋਰਚੁਗੀਜ਼ ਦੇ ਨਾਲ। ਜਿਵੇਂ ਤੁਹਾਨੂੰ ਦੱਸਿਆ ਕਿ ਪੋਰਚੁਗੀਜ਼ ਨੇ ਗੋਆ ਨੂੰ ਐਕਵਾਇਰ ਕਰ ਲਿਆ ਸੀਗਾ ਬੀਜਾਪੁਰ ਤੋਂ। ਹੁਣ ਉਹਨਾਂ ਨੇ ਆਪਣਾ ਇੱਕ ਸੈਂਟਰ ਬਣਾ ਲਿਆ, ਜਿਵੇਂ ਜਿਹੜੇ ਜਹਾਜ਼ ਉੱਧਰੋਂ ਆ ਰਹੇ ਸੀਗੇ ਜਿਵੇਂ ਅਰੇਬੀਅਨ ਸੀ ਤੋਂ, ਉਹ ਸਾਰਿਆਂ ਤੋਂ ਇਹ ਟੈਕਸ ਕਲੈਕਟ ਕਰਨ ਲੱਗ ਗਏ। ਜਾਂ ਇੰਡੀਆ ਤੋਂ ਜਿਹੜੇ ਜਹਾਜ਼ ਉੱਧਰ ਨੂੰ ਜਾ ਰਹੇ ਸੀਗੇ ਯੂਰੋਪ ਵੱਲ ਜਾਂ ਅਰੇਬੀਅਨ ਸੀ ਵੱਲ ਜਾਂ ਮਿਡਲ ਈਸਟ ਵੱਲ, ਇਹ ਸਾਰੇ ਜਹਾਜ਼ਾਂ ਤੋਂ ਇੱਕ ਤਰ੍ਹਾਂ ਦਾ ਟੈਕਸ ਕਲੈਕਟ ਕਰਨ ਲੱਗ ਗਏ ਸੀਗੇ। ਲਿਖਿਆ ਵੀ ਉਹ ਬਾਈਪਾਸ, ਉਹਨੂੰ ਕਿਹਾ ਜਾਂਦਾ ਸੀ ਕਰਤਜ਼। ਸੋ ਗੋਆ ਬਹੁਤ ਹੀ ਇੰਪੋਰਟੈਂਟ ਇਹਨਾਂ ਦੀ ਟੈਰੀਟਰੀ ਬਣ ਗਈ ਸੀਗੀ। ਉਸ ਤੋਂ ਬਾਅਦ ਇੰਡੀਆ ਨੇ ਇਹਨੂੰ 1961 ਦੇ ਵਿੱਚ ਪੋਰਚੁਗੀਜ਼ ਕੋਲੋਂ ਇਹਨੂੰ ਛੁਡਵਾਇਆ ਸੀਗਾ, ਅਤੇ ਇਹ ਵੀ ਆਪਾਂ ਯਾਦ ਰੱਖਣਾ ਹੈ ਜੀ। ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਪੋਰਚੁਗੀਜ਼ ਜੋ ਲੈ ਕੇ ਆਏ ਸੀਗੇ। ਪਹਿਲਾਂ ਆਪਣੇ ਜਿਹੜੇ ਮਸਾਲੇ ਸੀਗੇ ਬਹੁਤ ਹੀ ਸਿੰਪਲ ਸੀਗੇ, ਜਾਂ ਹੋਰ ਵੀ ਚੀਜ਼ਾਂ ਬਹੁਤ ਹੀ ਸਿੰਪਲ ਸੀਗੀਆਂ। ਸੋ ਕਈ ਚੀਜ਼ਾਂ ਪੋਰਚੁਗੀਜ਼ ਲੈ ਕੇ ਆਏ, ਇਹਨਾਂ ਨੂੰ ਆਪਾਂ ਯਾਦ ਰੱਖਣਾ ਹੈ। ਇਹ UPSC ਦੇ ਵਿੱਚ ਕੁਐਸਚਨ ਪੁੱਛਿਆ ਗਿਆ, ਸੋ ਆਪਾਂ ਇਹਨੂੰ ਧਿਆਨ ਰੱਖਣਾ। ਜਿਵੇਂ ਕਿ ਪ੍ਰਿੰਟਿੰਗ ਪ੍ਰੈਸ ਲੈ ਕੇ ਆਏ, ਪੋਟੈਟੋ ਲੈ ਕੇ ਆਏ, ਟਮੈਟੋ ਲੈ ਕੇ ਆਏ, ਚਿੱਲੀ, ਰਿਫਾਈਨਡ ਸ਼ੂਗਰ, ਅਲਫੋਂਸੋ ਮੈਂਗੋ, ਮੇਜ਼ ਔਰ ਕੌਰਨ, ਕੈਸ਼ੂਨਟ ਜਿਹੜੇ ਕਾਜੂ ਹੁੰਦੇ ਆਪਣੇ, ਚੀਕੂ ਲੈ ਕੇ ਆਏ, ਗਾਵਾ ਲੈ ਕੇ ਆਏ, ਪਪਈਆ ਲੈ ਕੇ ਆਏ, ਬ੍ਰੈਡ ਫਰੂਟ ਟਰੀ ਲੈ ਕੇ ਆਏ, ਪਾਈਨਐਪਲ ਲੈ ਕੇ ਆਏ, ਪਿੰਕ ਗ੍ਰੇਪ ਫਰੂਟ ਲੈ ਕੇ ਆਏ। ਸੋ ਇਸ ਤਰ੍ਹਾਂ ਆਪਦੇ ਨਾਲ ਬਹੁਤ ਹੀ ਚੀਜ਼ਾਂ ਲੈ ਕੇ ਆਏ ਸੀ। ਆਪ ਅੱਗੇ ਕੰਟੀਨਿਊ ਕਰਦੇ ਹਾਂ। ਹਾਂਜੀ, ਪੋਰਚੁਗੀਜ਼ ਤੋਂ ਬਾਅਦ ਆਏ ਡੱਚ। ਜਿਹੜੀ ਇਹਨਾਂ ਦੀ ਪਹਿਲੀ ਇਸਟੈਬਲਿਸ਼ਮੈਂਟ ਸੀਗੀ ਉਹ ਕੋਰੋਮੰਡਲ ਕੋਸਟ, ਮੇਨਲੀ ਪੁਲੀਕਟ ਦੇ ਵਿੱਚ ਸੀ। ਪੁਲੀਕਟ ਹੈ ਆਪਣਾ ਆਂਧਰਾ ਪ੍ਰਦੇਸ਼ ਦੇ ਵਿੱਚ। ਇਹ ਵੀ ਆਪਾਂ ਯਾਦ ਰੱਖਣਾ ਹੈ ਜੀ। ਜਿਹੜਾ ਡੱਚ ਪ੍ਰੈਜ਼ੈਂਸ ਹੈ 1605 ਤੋਂ ਲੈ ਕੇ 1825 ਤੱਕ ਹੀ ਰਹੀ ਸੀਗੀ। ਬਾਅਦ 'ਚ ਇਹਨਾਂ ਨੂੰ ਇੰਗਲਿਸ਼ ਨੇ ਹਰਾ ਦਿੱਤਾ ਸੀ ਅਤੇ ਇਹ ਫਿਰ ਇੰਡੀਆ 'ਚੋਂ ਨਿਕਲ ਗਏ ਸੀ। ਜਿਹੜੀ ਇਹਨਾਂ ਦੀ ਜ਼ਿਆਦਾ ਪ੍ਰੈਜ਼ੈਂਸ ਰਹੀ ਸੀਗੀ ਉਹ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿੱਚ ਜਾਂ ਹੋਰ ਸਾਊਥ ਈਸਟ ਏਸ਼ੀਆ ਕੰਟਰੀ ਦੇ ਵਿੱਚ ਰਹੀ ਸੀਗੀ। ਇਹ ਵੀ ਆਪਾਂ ਨੂੰ ਧਿਆਨ ਰੱਖਣਾ ਹੈ ਵੀ ਡੱਚ ਦੀ ਜਿਹੜੀ ਪ੍ਰੈਜ਼ੈਂਸ ਸੀਗੀ ਉਹ ਸਾਊਥ ਈਸਟ ਏਸ਼ੀਅਨ ਕੰਟਰੀ ਵਿੱਚ ਜ਼ਿਆਦਾ ਸੀ, ਇੰਡੀਆ ਵਿੱਚ ਖਤਮ ਹੋ ਗਈ ਸੀਗੀ। ਪਰ ਇਹ ਆਪਾਂ ਜ਼ਰੂਰ ਯਾਦ ਰੱਖਣਾ ਹੈ ਕਿ ਪੋਰਚੁਗੀਜ਼ ਤੋਂ ਬਾਅਦ ਡੱਚ ਆਏ। ਸੋ ਅੱਗੇ ਆਪਾਂ ਵੱਧਦੇ ਹਾਂ ਸਟੂਡੈਂਟਸ। ਡੱਚ ਤੋਂ ਬਾਅਦ ਆਏ ਆਪਣੇ ਈਸਟ ਇੰਡੀਆ ਕੰਪਨੀ, ਜਿਹਦਾ ਨਾਮ ਸੀਗਾ, ਜਿਹੜਾ ਉਹਦਾ ਓਰੀਜਨਲ ਨਾਮ ਸੀਗਾ ਉਹ ਸੀਗਾ ਗਵਰਨਰ ਐਂਡ ਕੰਪਨੀ ਆਫ ਮਰਚੈਂਟਸ ਆਫ ਲੰਡਨ ਟਰੇਡਿੰਗ ਇਨਟੂ ਦ ਈਸਟ ਇੰਡੀਜ਼। ਜਿਹੜਾ ਇਹਦਾ ਆਪਾਂ ਨੂੰ ਬੈਕਗਰਾਊਂਡ ਪੜ੍ਹਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹਨਾਂ ਨੇ ਅੱਗੇ ਆ ਕੇ ਇੰਡੀਆ 'ਤੇ ਰੂਲ ਕੀਤਾ ਸੀਗਾ, ਇਸ ਲਈ ਇਹਨਾਂ ਦਾ ਬੈਕਗਰਾਊਂਡ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੀ ਸਟੈਬਲਿਸ਼ਮੈਂਟ, ਇਹਦਾ ਸਪਰੈਡ ਕਿਵੇਂ ਹੋਈ, ਇਹ ਆਪਾਂ ਅੱਗੇ ਪੜ੍ਹਾਂਗੇ। ਜਿਹੜਾ ਜਿਵੇਂ ਆਪਾਂ ਪੋਰਚੁਗੀਜ਼ ਬਾਰੇ ਬਹੁਤ ਘੱਟ ਪੜ੍ਹਿਆ, ਡੱਚ ਬਾਰੇ ਬਹੁਤ ਘੱਟ ਪੜ੍ਹਿਆ, ਕਿਉਂਕਿ ਇਹਨਾਂ ਦਾ ਅੱਗੇ ਆਪਣੀ ਜਿਹੜੀ ਹਿਸਟਰੀ ਦੇ ਵਿੱਚ ਉਹ ਰੋਲ ਘੱਟ ਸੀਗਾ, ਇਸ ਲਈ ਆਪਾਂ ਉਹਨਾਂ ਨੂੰ ਘੱਟ ਪੜ੍ਹਿਆ। ਬਾਕੀ ਇਹ ਸਾਰੇ ਕੁਐਸਚਨ ਜਿਹੜੇ ਆਪਾਂ ਤੁਹਾਨੂੰ ਕਰਾਉਣ ਲੱਗੇ ਹਾਂ ਈਸਟ ਇੰਡੀਆ ਕੰਪਨੀ ਦੇ ਰਿਗਾਰਡਿੰਗ, ਇਹ ਸਾਰੇ ਕੁਐਸਚਨ ਤੁਹਾਨੂੰ ਕੋਈ ਨਾ ਕੋਈ ਐਗਜ਼ਾਮ ਦੇ ਵਿੱਚ ਮਿਲ ਜਾਣਗੇ। ਜਿਵੇਂ ਆਪਾਂ ਵੇਖ ਸਕਦੇ ਹਾਂ ਕਿ ਜਿਹੜਾ ਆਪਣਾ ਪਹਿਲਾ ਗਵਰਨਰ ਸੀਗਾ ਈਸਟ ਇੰਡੀਆ ਕੰਪਨੀ ਦਾ ਉਹ ਸੀਗਾ ਥੋਮਸ ਸਮਿਥ। ਇਹ ਅਕਬਰ ਦੇ ਕੋਰਟ ਵਿੱਚ ਆਇਆ ਸੀਗਾ ਪਰਮਿਸ਼ਨ ਲੈਣ ਵਾਸਤੇ ਕਿ ਜਿਹੜੀ ਸਾਡੀ ਫੈਕਟਰੀ ਹੈ ਉਹ ਇਸਟੈਬਲਿਸ਼ ਕਰਨ ਦਿੱਤੀ ਜਾਵੇ ਤੁਹਾਡੀ ਟੈਰੀਟਰੀ ਦੇ ਵਿੱਚ। ਤਾਂ ਇਹਨਾਂ ਨੇ ਆਪਣੀ ਜਿਹੜੀ ਪਹਿਲੀ ਟੈਰੀਟਰੀ ਇਸਟੈਬਲਿਸ਼ ਕੀਤੀ ਸੀਗੀ ਉਹ ਕੀਤੀ ਸੂਰਤ ਦੇ ਵਿੱਚ 1608 ਈਸਵੀ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਆਪਣੀ ਨੈਕਸਟ ਫੈਕਟਰੀ ਸੀਗੀ ਉਹ ਇਸਟੈਬਲਿਸ਼ ਕੀਤੀ ਸੀ 1611 ਦੇ ਵਿੱਚ ਮਛੂਲੀਪਟਨਮ ਦੇ ਵਿੱਚ। ਸੋ ਆਪਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣਾ। ਆਪਾਂ ਫਿਰ ਰਿਪੀਟ ਕਰਦੇ ਹਾਂ। ਜਿਹੜਾ ਇਹਨਾਂ ਦਾ ਨਾਮ ਸੀਗਾ ਗਵਰਨਰ ਐਂਡ ਕੰਪਨੀ ਆਫ ਮਰਚੈਂਟਸ ਆਫ ਲੰਡਨ 1600 ਈਸਵੀ ਦੇ ਇਸਟੈਬਲਿਸ਼ ਹੋਈ ਸੀਗੀ। ਪਹਿਲਾ ਜਿਹੜਾ ਗਵਰਨਰ ਸੀਗਾ ਉਹ ਸੀ ਥੋਮਸ ਸਮਿਥ। ਜਿਹੜੀ ਪਹਿਲੀ ਇਹਨਾਂ ਦੀ ਫੈਕਟਰੀ ਸੀਗੀ ਉਹ 1608 ਈਸਵੀ ਦੇ ਵਿੱਚ ਬਣੀ ਸੀਗੀ ਸੂਰਤ ਦੇ ਵਿੱਚ। ਉਸ ਤੋਂ ਬਾਅਦ 1611 ਈਸਵੀ ਦੇ ਵਿੱਚ ਮਛੂਲੀਪਟਨਮ ਦੇ ਵਿੱਚ, ਉਹ ਸੀ ਕੋਰੋਮੰਡਲ ਕੋਸਟ 'ਤੇ। ਸੋ ਆਪਾਂ ਯਾਦ ਰੱਖਣਾ। ਨੈਕਸਟ ਹੈ
ਸਟੂਡੈਂਟਸ, ਜਿਵੇਂ ਅਕਬਰ ਦੇ ਕੋਰਟ ਵਿੱਚ ਸਰ ਥੋਮਸ ਸਮਿਥ ਆਏ ਸੀਗੇ, ਉਵੇਂ ਹੀ ਜਹਾਂਗੀਰ ਦੇ ਕੋਰਟ ਵਿੱਚ ਸਰ ਥੋਮਸ ਰੋ ਆਏ ਸੀਗੇ ਇੰਗਲੈਂਡ ਦੇ ਕਿੰਗ ਵੱਲੋਂ ਅੰਬੈਸਡਰ ਬਣ ਕੇ ਜਹਾਂਗੀਰ ਦੇ ਕੋਰਟ ਵਿੱਚ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਜਿਹੜੀ ਤੁਹਾਡੀ ਟੈਰੀਟਰੀਜ਼ ਹੈ ਉਹਦੇ ਵਿੱਚ ਅਸੀਂ ਫੈਕਟਰੀਜ਼ ਐਸਟੈਬਲਿਸ਼ ਕਰ ਸਕੀਏ। ਅਤੇ ਜਹਾਂਗੀਰ ਨੇ ਉਸ ਨੂੰ ਹਾਂ ਵੀ ਕਰ ਦਿੱਤੀ ਸੀਗੀ ਜਿਹੜੀਆਂ ਐਸਟੈਬਲਿਸ਼ ਕਰ ਸਕਦੇ ਹੋ ਤੁਸੀਂ ਸਾਡੇ ਫੈਕਟਰੀਜ਼ ਦਾ। ਆਪਣਾ ਨੈਕਸਟ ਪੁਆਇੰਟ ਹੈ 1668 ਈਸਵੀ ਦੇ ਵਿੱਚ ਬੰਬੇ ਮਿਲਿਆ ਸੀਗਾ ਕੰਪਨੀ ਨੂੰ। ਅਤੇ ਫਾਰੂਕ ਸ਼ਿਆਰ ਦਾ ਫਰਮਾਨ, ਜੋ ਆਪਣਾ ਨੈਕਸਟ ਪੁਆਇੰਟ ਹੈ, ਫਾਰੂਕ ਸ਼ਿਆਰ ਦਾ ਫਰਮਾਨ 1717 ਈਸਵੀ ਵਿੱਚ ਦਿੱਤਾ ਗਿਆ ਸੀਗਾ। ਇਹਨੂੰ ਆਪਾਂ ਜ਼ਰੂਰ ਯਾਦ ਰੱਖਣਾ ਹੈ, ਜਿਹੜਾ ਫਾਰੂਕ ਸ਼ਿਆਰ ਦਾ ਫਰਮਾਨ ਹੈ ਉਹ ਕਦੋਂ ਦਾ ਸੀਗਾ? 1717 ਈਸਵੀ ਦਾ ਸੀਗਾ। ਇਹ ਆਪਾਂ ਯਾਦ ਰੱਖਣਾ। ਇਹਦੇ ਅੰਦਰ ਬਹੁਤ ਸਾਰੀਆਂ ਟ੍ਰੇਡ ਫਰੀ ਅਤੇ ਹੋਰ ਵੀ ਬਹੁਤ ਸਾਰੀਆਂ ਕੰਸੈਸ਼ਨ ਦਿੱਤੀਆਂ ਗਈਆਂ ਸੀਗੀਆਂ ਬ੍ਰਿਟਿਸ਼ ਇੰਡੀਆ ਕੰਪਨੀ ਨੂੰ। ਸੋ ਆਪਾਂ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਆਪਾਂ ਫਿਰ ਰਿਪੀਟ ਕਰ ਲੈਂਦੇ ਹਾਂ। ਜਿਹੜਾ ਸਰ ਥੋਮਸ ਰੋ ਸੀਗਾ ਉਹ ਜਹਾਂਗੀਰ ਦੇ ਕੋਰਟ ਵਿੱਚ ਆਇਆ ਸੀਗਾ। ਜਿਹੜਾ ਸਰ ਥੋਮਸ ਸਮਿਥ ਸੀਗਾ ਉਹ ਅਕਬਰ ਦੇ ਕੋਰਟ 'ਚ ਆਇਆ ਸੀਗਾ। ਜਿਹੜਾ ਬੰਬੇ ਮਿਲਿਆ ਸੀਗਾ 1668 ਈਸਵੀ ਵਿੱਚ ਮਿਲਿਆ ਸੀ ਐਜ਼ ਏ ਡਾਊਰੀ ਇਹਨਾਂ ਨੂੰ। ਜਿਹੜਾ ਫਾਰੂਕ ਸ਼ਿਆਰ ਦਾ ਫਰਮਾਨ ਸੀਗਾ ਉਹ 1717 ਈਸਵੀ ਵਿੱਚ ਹੋਇਆ ਸੀਗਾ। ਇਹ ਸਾਰੀਆਂ ਚੀਜ਼ਾਂ ਆਪਾਂ ਯਾਦ ਰੱਖਣੀਆਂ। ਨੈਕਸਟ ਹੈ ਦੋਸਤੋ ਸਟੂਡੈਂਟਸ, ਈਸਟ ਇੰਡੀਆ ਕੰਪਨੀ ਤੋਂ ਬਾਅਦ ਆਇਆ ਡੈਨਿਸ਼ ਈਸਟ ਇੰਡੀਆ ਕੰਪਨੀ, ਜਿਹੜੀ ਕਿ 1616 ਦੇ ਵਿੱਚ ਇਸਟੈਬਲਿਸ਼ ਹੋਈ ਸੀਗੀ। ਜਿਹੜੀ ਆਪਣੀ ਈਸਟ ਇੰਡੀਆ ਕੰਪਨੀ ਸੀ ਉਹ 1600 ਦੇ ਵਿੱਚ ਹੀ ਇਸਟੈਬਲਿਸ਼ ਹੋਈ ਸੀਗੀ। ਅਤੇ ਜਿਹੜਾ ਇਹਨਾਂ ਦੀ ਜਿਹੜੀ ਪਹਿਲੀ ਸੈਟਲਮੈਂਟ ਸੀ, ਡੈਨਿਸ਼ ਦੀ ਪਹਿਲੀ ਸੈਟਲਮੈਂਟ ਸੀਗੀ, ਉਹ ਸੀ ਸੀਰਮਪੁਰ ਬੰਗਾਲ ਦੇ ਵਿੱਚ। ਇਹ ਵੀ ਆਪਾਂ ਯਾਦ ਰੱਖਣਾ। ਅਤੇ ਤਰੰਗਬੱਧ ਤਮਿਲਨਾਡੂ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਆਪਾਂ ਯਾਦ ਰੱਖਣੀਆਂ। ਜਿਹੜੀ ਆਪਣੀ ਈਸਟ ਇੰਡੀਆ ਕੰਪਨੀ ਦੀ ਸੈਟਲਮੈਂਟ ਸੀਗੀ ਉਹ ਸੀ ਸੂਰਤ ਦੇ ਵਿੱਚ 1608 ਈਸਵੀ ਦੇ ਵਿੱਚ। ਅਤੇ ਉਹਨਾਂ ਦੀ ਜਿਹੜੀ ਸੈਕਿੰਡ ਸੀਗੀ 1611 ਮਛੂਲੀਪਟਨਮ। ਇਹ ਵੀ ਆਪਾਂ ਯਾਦ ਰੱਖਣਾ। ਜਿਹੜੀ ਪੋਰਚੁਗੀਜ਼ ਦੀ ਪਹਿਲੀ ਸੈਟਲਮੈਂਟ ਸੀ ਉਹ ਸੀ ਕੋਚਿਨ ਦੇ ਵਿੱਚ। ਜਿਹੜੀ ਡੱਚ ਦੀ ਪਹਿਲੀ ਸੈਟਲਮੈਂਟ ਸੀਗੀ ਉਹ ਸੀਗੀ ਆਪਣੀ ਪੁਲੀਕਟ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਵਾਰੀ ਰਿਪੀਟ ਕਰਾਂਗੇ ਤਾਂ ਹੀ ਆਪਾਂ ਨੂੰ ਯਾਦ ਹੋਣਗੀਆਂ। ਡੈਨਿਸ਼ ਤੋਂ ਬਾਅਦ ਆਏ ਫਰੈਂਚ। ਇਹ ਲਾਸਟ ਸੀਗੇ ਜਿਹੜੇ ਇੰਡੀਆ ਵਿੱਚ ਆਏ। ਜਿਹੜੇ ਇਹਨਾਂ ਦੀ ਮੇਜਰ ਸੈਟਲਮੈਂਟ ਸੀਗੀਆਂ ਉਹ ਸੀ ਪੌਂਡੀਚੈਰੀ, ਜਿਹੜੀ 1674 ਦੇ ਵਿੱਚ ਇਸਟੈਬਲਿਸ਼ ਹੋਈ ਸੀਗੀ। ਇੱਕ ਸੀਗੀ ਚੰਦੋਰੀ ਨਗਰ ਬੰਗਾਲ ਦੇ ਵਿੱਚ। ਇਹ ਵੀ ਆਪਾਂ ਯਾਦ ਰੱਖਣਾ ਹੈ। ਸੋ ਮੈਂ ਤੁਹਾਨੂੰ ਫਿਰ ਰਿਪੀਟ ਕਰਾਉਣਾ ਚਾਹੁੰਦਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ। ਪਹਿਲਾਂ ਕਿਹੜੇ ਆਏ ਅਤੇ ਬਾਅਦ 'ਚ ਕਿਹੜੇ ਆਏ। ਆਪਾਂ ਸਟਾਰਟ ਕਰਦੇ ਹਾਂ ਪੋਰਚੁਗੀਜ਼, ਡੱਚ, ਫਿਰ ਆਏ ਇੰਗਲਿਸ਼ ਈਸਟ ਇੰਡੀਜ਼ ਕੰਪਨੀਜ਼, ਫਿਰ ਆਏ ਡੈਨਿਸ਼, ਫਿਰ ਆਏ ਫਰੈਂਚ। ਸੋ ਵਾਰੀ ਰਿਪੀਟ ਕਰਨਾ ਹੈ, ਵਾਰੀ ਇਹਨਾਂ ਨੂੰ ਵੇਖਣਾ ਹੈ ਲੈਕਚਰਸ ਨੂੰ, ਫਿਰ ਹੀ ਤੁਹਾਨੂੰ ਯਾਦ ਹੋਊਗਾ। ਜਿਹੜੀ CBSE ਦੀ ਫੈਕਲਟੀ ਹੈ ਅਕੈਡਮੀ ਦੀ, ਉਹ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਹਰ ਇੱਕ ਟੌਪਿਕ ਦੇ 360 ਐਂਗਲ ਪ੍ਰੋਵਾਈਡ ਕੀਤਾ ਜਾਵੇ। ਮਤਲਬ ਤੁਹਾਡਾ ਕੋਈ ਕੁਐਸਚਨ ਨਾ ਰਹੇ ਐਗਜ਼ਾਮ 'ਚ, ਚਾਹੇ ਉਹ ਕੋਈ ਵੀ ਐਗਜ਼ਾਮ ਹੋਵੇ, ਚਾਹੇ ਉਹ ਸਟੇਟ PCS ਹੋਵੇ, ਚਾਹੇ ਕੋਈ ਪੰਜਾਬ ਦਾ ਹੋਰ ਕੋਈ ਐਗਜ਼ਾਮ ਹੋਵੇ, ਹਰ ਇੱਕ ਐਗਜ਼ਾਮ ਦੀ ਇੱਕ ਹੀ ਵੀਡੀਓ ਵਿੱਚ ਤਿਆਰੀ ਕਰਵਾਈ ਜਾਵੇ। ਇਸ ਤਰ੍ਹਾਂ ਆਪਾਂ ਵੀਡੀਓ ਨੂੰ ਕਵਰ ਕਰ ਰਹੇ ਹਾਂ। ਜਿਹੜੀ CBSE ਅਕੈਡਮੀ ਦੀ ਜਿਹੜੀ ਫੈਕਲਟੀ ਹੈ ਉਹ ਕੋਸ਼ਿਸ਼ ਕਰ ਰਹੀ ਹੈ। ਸੋ ਨੈਕਸਟ ਸਟੂਡੈਂਟਸ, ਜਿਹੜਾ ਆਪਣਾ ਨੈਕਸਟ ਟੌਪਿਕ ਹੈ ਉਹ ਹੈ ਡਿਸਇੰਟੀਗ੍ਰੇਸ਼ਨ ਆਫ ਮੁਗਲ ਐਮਪਾਇਰ। ਸੋ ਇਹਦੇ 'ਚ ਆਪਾਂ ਜਿਹੜਾ ਆਪਣਾ ਮੁਗਲ ਐਮਪਾਇਰ ਸੀਗਾ ਉਹ ਕਿਵੇਂ ਵਿਖਰਿਆ ਅਤੇ ਜਿਹੜੇ ਉਹਨਾਂ ਦੇ ਕਿਵੇਂ ਟੁਕੜੇ ਹੋਏ। ਆਪਾਂ ਤੁਹਾਨੂੰ ਪਤਾ ਕਿ ਔਰੰਗਜ਼ੇਬ ਤੋਂ ਬਾਅਦ ਜਿਹੜੇ ਵੀ ਉਹਦੇ ਸਕਸੈਸਰਸ ਆਏ, ਜਿਹੜੇ ਉਹਦੇ ਆਉਣ ਵਾਲੇ ਰਾਜੇ ਆਏ, ਉਹ ਬਹੁਤ ਹੀ ਵੀਕ ਸੀਗੇ, ਬਹੁਤ ਹੀ ਟਿਮਿਡ ਸੀਗੇ। ਤਾਂ ਉਹਨਾਂ ਕੋਲੋਂ ਆਪਣਾ ਰਾਜ ਜਿਹੜਾ ਸਾਂਭਿਆ ਨਹੀਂ ਗਿਆ। ਅਤੇ ਮੁਗਲ ਰਾਜ ਦੇ ਦੌਰਾਨ ਬਹੁਤ ਹੀ ਛੋਟੇ ਰਾਜ ਉੱਠ ਕੇ ਸਾਹਮਣੇ ਆਏ। ਜਿਵੇਂ ਕਿ ਆਪਾਂ ਵੇਖ ਸਕਦੇ ਹਾਂ ਹੈਦਰਾਬਾਦ ਆਇਆ, ਅਵਧ ਆਇਆ, ਬੰਗਾਲ ਆਇਆ, ਮੈਸੂਰ ਆਇਆ, ਜਾਂ ਹੋਰ ਵੀ ਛੋਟੇ ਰਾਜ ਆਏ, ਜਾਟ ਰਾਜ ਆਇਆ। ਸੋ ਜਿਹੜੇ ਇਹਨਾਂ ਦੇ ਰਾਜੇ ਸੀਗੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿੰਦੇ ਆ। ਕਿਹੜੇ ਰਾਜੇ ਨੇ ਆਪਣੇ ਇੰਡੀਪੈਂਡੈਂਟ ਰਾਜ ਇਸਟੈਬਲਿਸ਼ ਕਰ ਲਏ। ਜਿਵੇਂ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਹੈਦਰਾਬਾਦ ਨੇ। ਇਹਨਾਂ ਨੂੰ ਬਣਾਇਆ ਨਿਜ਼ਾਮ ਉਲ ਮੁਲਕ ਨੇ। ਸੋ ਇਹ ਆਪਾਂ ਜ਼ਰੂਰ ਯਾਦ ਰੱਖਣਾ। ਹੈਦਰਾਬਾਦ ਕਿਹਨੇ ਬਣਾਇਆ? ਨਿਜ਼ਾਮ ਉਲ ਮੁਲਕ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਜਿਵੇਂ ਕਿ ਆਪਾਂ SSC ਦਾ ਐਗਜ਼ਾਮ ਦੇ ਲਓ, ਚਾਹੇ ਕੋਈ ਹੋਰ ਸਟੇਟ PCS ਦੇ ਲਓ, ਚਾਹੇ ਪੰਜਾਬ ਦਾ ਕੋਈ ਵੀ ਐਗਜ਼ਾਮ ਦੇ ਲਓ, ਇਹ ਪੁੱਛਿਆ ਜਾ ਸਕਦਾ ਕੁਐਸਚਨ। ਸੋ ਨੈਕਸਟ ਹੈ ਅਵਧ, ਜਿਹਨੂੰ ਇਸਟੈਬਲਿਸ਼ ਕੀਤਾ ਸਾਦਤ ਖਾਨ ਨੇ। ਬੰਗਾਲ ਨੂੰ ਕੀਤਾ ਮੁਰਸ਼ਿਦ ਅਲੀ ਕੁਲੀ ਖਾਨ ਨੇ। ਜਿਹੜਾ ਮੈਸੂਰ ਹੈ ਉਹ ਪਹਿਲਾਂ ਤਾਂ ਵੁਡਿਆ ਡਾਇਨੈਸਟੀ ਦੇ ਅੰਡਰ ਰੂਲ ਕਰ ਰਿਹਾ ਸੀਗਾ। ਬਾਅਦ ਦੇ ਵਿੱਚ ਜਿਵੇਂ ਵੁਡਿਆ ਡਾਇਨੈਸਟੀ ਵੀਕ ਹੋਣ ਲੱਗੀ, ਡਾਊਨਫੋਲ ਹੋਣ ਲੱਗੀ, ਤਾਂ ਉਸ 'ਤੇ ਹੈਦਰ ਅਲੀ ਨੇ ਆਪਣਾ ਰਾਜ ਕਰ ਲਿਆ, ਜਿਹੜੇ ਸੀ ਫਾਦਰ ਸੀਗੇ ਟਿੱਪੂ ਸੁਲਤਾਨ ਦੇ। ਸੋ ਜਿਹੜੀ ਮੈਸੂਰ ਡਾਇਨੈਸਟੀ ਜਿਹੜੀ ਮੇਜਰ ਸੀਗੀ, ਉਹਦਾ ਜਿਹੜਾ ਰਾਜਾ ਸੀਗਾ ਉਹ ਹੈਦਰ ਅਲੀ ਸੀਗਾ। ਸੋ ਆਪਣਾ ਨੈਕਸਟ ਹੈ ਜੀ ਆਪਣਾ ਕੇਰਲਾ, ਜਿਹਨੂੰ ਕਹਿੰਦਾ ਸਟੇਟ ਆਫ ਤਰਨਕੋਰ। ਇਹਦਾ ਜਿਹੜਾ ਮੇਜਰ ਰੂਲਰ ਸੀਗਾ ਉਹ ਸੀਗਾ ਮਾਰਤੰਡ ਵਰਮਾ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਰਹਿੰਦਾ ਦੋਸਤੋ, ਆਪਾਂ ਯਾਦ ਜ਼ਰੂਰ ਰੱਖਣਾ। ਕੇਰਲਾ ਨੂੰ ਇਸਟੈਬਲਿਸ਼ ਕੀਤਾ ਮਾਰਤੰਡ ਵਰਮਾ ਨੇ, ਜਿਹੜਾ ਇਹਦਾ ਮੇਜਰ ਰੂਲਰ ਸੀਗਾ। ਜਿਹੜਾ ਅਮੇਰ ਸੀਗਾ ਉਹ ਸਵਾਈ ਜੈ ਸਿੰਘ ਨੇ ਕੀਤਾ। ਜਿਹੜਾ ਜਾਟ ਕਿੰਗਡਮ ਸੀਗਾ ਭਰਤਪੁਰ, ਜਿਹੜਾ ਦਿੱਲੀ ਦੇ ਨੀਅਰ ਹੈ, ਜਿਹੜੇ ਜਾਟ ਲੀਡਰ ਸੀਗੇ ਉਹ ਸੀਗਾ ਚੁਰੂਮਨ, ਅਤੇ ਉਹਦਾ ਜਿਹੜਾ ਭਾਂਜਾ ਸੀਗਾ, ਜਿਹੜਾ ਭਤੀਜਾ ਸੀਗਾ ਉਹ ਬਦਨ ਸਿੰਘ।
ਜਿਹੜਾ ਮੇਜਰ ਇਹਦਾ ਰਾਜਾ ਸੀਗਾ, ਸਭ ਤੋਂ ਇੰਪੋਰਟੈਂਟ ਰਾਜਾ ਸੀਗਾ, ਉਹ ਸੀਗਾ ਸੂਰਜਮਲ। ਸੋ ਆਪਾਂ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਕੇਰਲਾ ਦਾ ਮਾਰਤੰਡ ਵਰਮਾ, ਅਮੇਰ ਦਾ ਸਵਾਈ ਜੈ ਸਿੰਘ, ਜਿਹੜਾ ਜਾਟ ਕਿੰਗਡਮ ਬਣਾਇਆ ਸੀਗਾ ਉਹ ਚੂਰਮਨ, ਤੇ ਉਹਦਾ ਜਿਹੜਾ ਭਤੀਜਾ ਹੈ ਬਦਨ ਸਿੰਘ ਨੇ। ਜਿਹੜਾ ਮੇਜਰ ਉਹਦਾ ਰਾਜਾ ਸੀਗਾ ਉਹ ਸੀਗਾ ਸੂਰਜਮਲ। ਸੋ ਆਪਾਂ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਹੁਣ ਆਪਾਂ ਇੱਕ ਵਾਰੀ ਫੇਰ ਰਿਪੀਟ ਕਰਦੇ। ਜਿਹੜਾ ਆਪਣਾ ਹੈਦਰਾਬਾਦ ਹੈ ਉਹ ਨਿਜ਼ਾਮ ਉਲ ਮੁਲਕ ਨੇ, ਅਵਧ ਕੀਤਾ ਸਾਦਤ ਖਾਨ ਨੇ, ਬੰਗਾਲ ਕੀਤਾ ਮੁਰਸ਼ਿਦ ਕੁਲੀ ਖਾਨ ਨੇ, ਮੈਸੂਰ ਕੀਤਾ ਜਿਹੜਾ ਉਹਦਾ ਮੇਜਰ ਰਾਜਾ ਸੀਗਾ ਉਹ ਹੈਦਰ ਅਲੀ ਸੀਗਾ। ਕੇਰਲਾ ਆਪਣਾ ਕੀਤਾ ਮਾਰਤੰਡ ਵਰਮਾ ਨੇ, ਅਮੇਰ ਕੀਤਾ ਸਵਾਈ ਜੈ ਸਿੰਘ ਨੇ। ਜਿਹੜੀ ਜਾਟ ਕਿੰਗਡਮ ਹੈ ਭਰਤਪੁਰ ਦਿੱਲੀ ਦੇ ਕੋਲ, ਉਹ ਕੀਤੀ ਸੀ ਚੂਰਮਨ, ਤੇ ਉਹਦੇ ਜਿਹੜਾ ਭਤੀਜਾ ਸੀਗਾ ਬਦਨ ਸਿੰਘ ਨੇ। ਜਿਹੜਾ ਉਹਦਾ ਮੇਜਰ ਰਾਜਾ ਸੀਗਾ ਉਹ ਸੂਰਜਮਲ ਸੀਗਾ। ਸੋ ਆਪਾਂ ਸਾਰੀਆਂ ਚੀਜ਼ਾਂ ਯਾਦ। ਜਿਵੇਂ ਆਪਾਂ ਨੂੰ ਪਤਾ ਹੈ ਕਿ 1700 ਈਸਵੀ ਦੇ ਔਰੰਗਜ਼ੇਬ ਤੋਂ ਜਾਣ ਤੋਂ ਬਾਅਦ ਜਿਹੜਾ ਮੁਗਲ ਐਮਪਾਇਰ ਸੀਗਾ, ਜਿਹੜਾ ਮੁਗਲ ਸ਼ਾਸਨ ਸੀਗਾ ਉਹ ਵੀਕ ਪੈਣ ਲੱਗ ਗਿਆ ਸੀ, ਕਮਜ਼ੋਰ ਹੋ ਗਿਆ ਸੀਗਾ। ਇਸ ਲਈ ਨਾਦਰ ਸ਼ਾਹ ਨੇ, ਜਿਹੜਾ ਪ੍ਰਸ਼ੀਆ ਦਾ ਰਾਜਾ ਸੀਗਾ, ਉਹਨੇ ਹਮਲੇ ਕੀਤੇ ਮੁਗਲ ਐਮਪਾਇਰ 'ਤੇ। ਜਿਹੜਾ ਉਸ ਟਾਈਮ 'ਤੇ ਰਾਜਾ ਸੀਗਾ ਉਹ ਸੀਗਾ ਮੁਹੰਮਦ ਸ਼ਾਹ। ਉਹਨੂੰ ਮੁਹੰਮਦ ਸ਼ਾਹ ਰੰਗੀਲਾ ਵੀ ਕਿਹਾ ਜਾਂਦਾ ਹੈ। ਸੋ ਆਪਾਂ ਧਿਆਨ ਰੱਖਣਾ ਹੈ। ਜਿਹੜਾ ਨਾਦਰ ਸ਼ਾਹ, ਜਿਹੜਾ ਇੰਪੋਰਟੈਂਟ ਚੀਜ਼ ਰਹਿੰਦੀ ਹੈ ਨਾਦਰ ਸ਼ਾਹ ਦੇ ਰਿਲੇਟਿਡ, ਉਹ ਸੀਗੀ ਜਿਹੜਾ ਪੀਕੋਕ ਥਰੋਨ ਲੈ ਕੇ ਗਿਆ ਸੀਗਾ। ਜਿਹੜਾ ਪੀਕੋਕ ਦਾ ਥਰੋਨ ਸੀਗਾ ਉਹ ਸ਼ਾਹਜਹਾਂ ਨੇ ਬਣਵਾਇਆ ਸੀ, ਤਾਂ ਉਹਦੇ 'ਤੇ ਕੋਹੀਨੂਰ ਦਾ ਹੀਰਾ ਲੱਗਿਆ ਹੋਇਆ ਸੀਗਾ। ਇਹ ਆਪਾਂ ਯਾਦ ਰੱਖਣਾ ਹੈ ਕਿ ਕਿਹੜਾ ਰਾਜੇ ਨੇ ਜਦੋਂ ਹਮਲਾ ਕੀਤਾ ਸੀ ਤੇ ਪੀਕੋਕ ਥਰੋਨ ਲੈ ਕੇ ਗਿਆ ਸੀਗਾ। ਇਹ ਨਾਦਰ ਸ਼ਾਹ ਦੇ ਹਮਲਿਆਂ ਦੌਰਾਨ ਪੀਕੋਕ ਥਰੋਨ ਇੰਡੀਆ ਤੋਂ ਬਾਹਰ ਗਿਆ ਸੀਗਾ, ਜਿਹੜਾ ਸ਼ਾਹਜਹਾਂ ਨੇ ਬਣਾਇਆ ਸੀਗਾ, ਅਤੇ ਉਹਦੇ 'ਤੇ ਲੱਗਿਆ ਸੀ ਕੋਹੀਨੂਰ ਡਾਇਮੰਡ। ਸੋ ਨੈਕਸਟ ਸਟੈਪ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਆਪਣਾ ਮੁਗਲ ਸ਼ਾਸਨ ਹੈ ਉਹ ਕਮਜ਼ੋਰ ਪੈਣ ਲੱਗ ਗਿਆ ਸੀਗਾ। ਇਸ ਲਈ ਅਹਿਮਦ ਸ਼ਾਹ ਅਬਦਾਲੀ ਨੇ 1748 ਤੋਂ ਲੈ ਕੇ 1767 ਵਿੱਚ ਇੰਡੀਆ 'ਤੇ 7 ਵਾਰੀ ਹਮਲਾ ਕੀਤਾ ਅਤੇ ਲੁੱਟ-ਪਾਟ ਕੀਤੀ। ਤੋ ਜਿਹੜਾ ਇਹਦਾ 5ਵਾਂ ਹਮਲਾ ਸੀਗਾ ਉਹ ਪਾਣੀਪਤ ਦਾ ਯੁੱਧ ਵੀ ਸੀਗਾ, ਜਿਹੜਾ ਕਿ ਮਰਾਠਿਆਂ ਅਤੇ ਅਬਦਾਲੀ ਦੇ ਵਿੱਚ ਹੋਇਆ ਸੀਗਾ, ਜਿਹਦੇ ਵਿੱਚ ਮਰਾਠਿਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਇਸ ਕਰਕੇ ਆਪਾਂ ਵੇਖ ਸਕਦੇ ਹਾਂ ਕਿ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ ਉਹਨੇ ਬਹੁਤ ਹੀ ਫਾਇਦਾ ਚੱਕਿਆ, ਜਿਹੜਾ ਆਪਣਾ ਕਮਜ਼ੋਰ ਸਮਾਂ ਸੀਗਾ ਮੁਗਲ ਸ਼ਾਸਨ ਦਾ। ਇਸ ਕਰਕੇ ਉਸਨੇ ਇੰਡੀਆ ਨੂੰ ਵਾਰ-ਵਾਰ ਲੁੱਟਿਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹਦੀ ਹਾਰ ਸੀਗੀ ਬੈਟਲ ਆਫ ਪਾਣੀਪਤ ਦੀ, ਉਹਦਾ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਸੀਗਾ ਉਹ ਹੋਇਆ ਸੀ ਅੰਗਰੇਜ਼ਾਂ ਨੂੰ, ਕਿਉਂਕਿ ਜਿਹੜੇ ਮਰਾਠੇ ਸੀਗੇ ਉਹ ਇੱਕਦਮ ਥੱਲੇ ਚਲੇ ਗਏ ਸੀ, ਕਿਉਂਕਿ ਹਾਰਨ ਤੋਂ ਬਾਅਦ ਉਹਨਾਂ ਦਾ ਡਾਊਨਫੋਲ ਆ ਗਿਆ ਸੀਗਾ। ਅਤੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ ਉਹ ਲੁੱਟ-ਪਾਟ ਦੇ ਮਸਲੇ ਤੋਂ ਆਇਆ ਸੀਗਾ ਅਤੇ ਵਾਪਸ ਚਲਾ ਗਿਆ ਸੀਗਾ। ਉਹ ਕੋਈ ਇੱਥੇ ਇੰਡੀਆ ਦੇ ਵਿੱਚ ਰਾਜ ਕਰਨ ਦੇ ਪਰਪਸ ਤੋਂ ਨਹੀਂ ਆਇਆ ਸੀਗਾ, ਇਸ ਲਈ ਉਹ ਚਲਾ ਗਿਆ ਸੀਗਾ। ਸੋ ਸਭ ਤੋਂ ਜ਼ਿਆਦਾ ਜਿਹੜਾ ਫਾਇਦਾ ਹੋਇਆ ਸੀਗਾ ਬੈਟਲ ਆਫ ਪਾਣੀਪਤ ਦਾ, ਉਹ ਹੋਇਆ ਸੀਗਾ ਬ੍ਰਿਟਿਸ਼ਰਸ ਨੂੰ। ਇਸ ਤੋਂ ਬਾਅਦ ਬ੍ਰਿਟਿਸ਼ਰ ਹੀ ਰਹਿ ਗਏ ਸੀ ਜਿਹੜੇ ਪਾਵਰ ਵਿੱਚ ਆਉਣ ਦੇ ਕਾਬਿਲ ਸੀਗੇ। ਸੋ ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਬ੍ਰਿਟਿਸ਼ਰਸ ਨੇ ਇੰਡੀਆ 'ਤੇ ਰੂਲ ਕੀਤਾ। ਜਿਹੜਾ ਆਪਣਾ ਸਟੂਡੈਂਟਸ ਨੈਕਸਟ ਟੌਪਿਕ ਹੈ ਉਹ ਹੈ ਬ੍ਰਿਟਿਸ਼ ਪੈਰਾਮਾਉਂਸੀ। ਇਹਦੇ ਵਿੱਚ ਪੜ੍ਹਾਂਗੇ ਆਪਾਂ ਕਿ ਬ੍ਰਿਟਿਸ਼ਰਸ ਨੇ ਆਪਣਾ ਜਿਹੜਾ ਟੈਰੀਟੋਰੀਅਲ ਐਕਸਟੈਂਟ ਹੈ, ਜਿਹੜਾ ਆਪਣਾ ਉਹਨਾਂ ਦਾ ਏਰੀਆ ਹੈ, ਜਿਹੜਾ ਇੰਡੀਆ ਵਿੱਚ ਉਹਨਾਂ ਨੇ ਆਪਣਾ ਹੋਲਡ ਕਿਵੇਂ ਬਣਾਇਆ, ਉਹ ਕਿਵੇਂ ਇੰਡੀਆ ਵਿੱਚ ਅੱਗੇ ਵੱਧ ਚੜ੍ਹ ਕੇ ਆਪਣੇ 'ਤੇ ਰੂਲ ਕਰਨ ਜੋਗੇ ਹੋ ਗਏ, ਕਿਹੜੇ ਉਹਨਾਂ ਨੇ ਵਾਰਸ ਲੜੇ, ਕਿਵੇਂ ਉਹਨਾਂ ਨੇ ਆਪਾਂ ਨੂੰ ਇੱਕਦਮ ਰੂਲ ਕੀਤਾ। ਕਿਉਂਕਿ ਇੰਡੀਆ ਵਿੱਚ ਬਹੁਤ ਸਾਰੇ ਇੰਡੀਪੈਂਡੈਂਟ ਕਿੰਗਡਮ ਸੀਗੇ, ਜਿਵੇਂ ਤੁਹਾਨੂੰ ਮੈਂ ਦੱਸਿਆ ਹੈਦਰਾਬਾਦ ਸੀਗਾ, ਫਰੈਂਚ ਵੀ ਸੀਗੇ ਉਹਨਾਂ ਦੇ ਜਿਹੜੇ ਕੰਪੀਟਰ ਸੀਗੇ, ਪੋਰਚੁਗੀਜ਼ ਵੀ ਸੀਗੇ ਜਿਹੜੇ ਉਹਨਾਂ ਦੇ, ਹੋਰ ਲਾ ਲਓ ਡੱਚ ਵੀ ਸੀਗੇ। ਇਹਨਾਂ ਨੂੰ ਕਿਵੇਂ ਹਰਾਇਆ ਅਤੇ ਕਿਵੇਂ ਅੱਗੇ ਵਧੇ, ਜਿਵੇਂ ਕਿ ਆਪਾਂ ਵੇਖ ਸਕਦੇ ਹਾਂ ਐਂਗਲੋ ਅਫਗਾਨ ਵੋਰ ਹੋਏ, ਐਂਗਲੋ ਮਰਾਠਾਜ਼ ਵੋਰ ਹੋਏ, ਐਂਗਲੋ ਮੈਸੂਰ ਵੋਰ ਹੋਏ, ਇਹ ਕਦੋਂ ਹੋਏ ਅਤੇ ਕਿਵੇਂ ਹੋਏ, ਇਹ ਸਭ ਕੁਛ ਆਪਾਂ ਇਹਦੇ ਵਿੱਚ ਪੜ੍ਹਾਂਗੇ ਇਸ ਟੌਪਿਕ ਦੇ ਵਿੱਚ। ਇਹ ਸਾਰੇ ਵਾਰਸ, ਇਹ ਸਾਰੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿੰਦੀਆਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਜਿਵੇਂ ਤੁਸੀਂ ਵੇਖ ਸਕਦੇ ਹੋ ਕਈ ਵਾਰੀ ਪੁੱਛਿਆ ਹੋਊਗਾ ਵੀ ਕੁਛ ਆਪਾਂ ਨੂੰ ਵਾਰ ਦੇ ਦਿੱਤੇ ਹੋਣਗੇ ਅਤੇ ਉਹਨਾਂ ਨੂੰ ਕ੍ਰੋਨੋਲੋਜੀਕਲ ਆਰਡਰ ਵਿੱਚ ਲਾਉਣਾ ਹੋਊਗਾ। ਜਿਵੇਂ ਆਪਾਂ ਕਹਿ ਸਕਦੇ ਹਾਂ ਫਸਟ ਕਰਨੈਟਿਕ ਵਾਰ ਹੈ, ਜਾਂ ਫਸਟ ਜਿਹੜਾ ਆਪਣਾ ਹੋਇਆ ਸੀਗਾ ਮਰਾਠਾ ਵਾਰ, ਪਹਿਲਾਂ ਕਿਹੜਾ ਹੋਇਆ ਸੀਗਾ, ਇਹ ਵੀ ਕੁਐਸਚਨ ਪੁੱਛ ਸਕਦੇ ਆ। ਸੋ ਆਪਾਂ ਚਾਹੁੰਦੇ ਹਾਂ ਵੀ ਕੋਈ ਵੀ ਕੁਐਸਚਨ ਤੁਹਾਡਾ ਨਾ ਰਹੇ ਮੋਡਰਨ ਹਿਸਟਰੀ 'ਚੋਂ, ਕੋਈ ਵੀ ਨਾ ਰਹੇ। ਸੋ ਮਾਰਕ ਕਰ ਲਓ ਇਹ ਵਰਡ ਕਿ ਤੁਹਾਡਾ ਕੋਈ ਕੁਐਸਚਨ ਰਹਿਣ ਵੀ ਨਹੀਂ ਦਿੰਦੇ ਆਪਾਂ। ਸੋ ਆਪਾਂ ਸਟਾਰਟ ਕਰਦੇ ਹਾਂ। ਜਿਹੜਾ ਆਪਣਾ ਫਸਟ ਕਰਨੈਟਿਕ ਵਾਰ ਸੀਗਾ ਉਹ ਹੋਇਆ ਸੀਗਾ 1746 ਤੋਂ ਲੈ ਕੇ 1748 ਦੇ ਵਿੱਚ। ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਕਰਨੈਟਿਕ ਵਾਰ ਹੋਏ ਸੀਗੇ ਉਹ ਫਰੈਂਚ ਅਤੇ ਇੰਗਲਿਸ਼ ਦੇ ਵਿੱਚ ਹੋਏ ਸੀਗੇ, ਜਿਹੜੀ ਆਪਣੀ ਸੁਪਰਮੇਸੀ ਵਧਾਉਣਾ ਚਾਹੁੰਦੇ ਸੀਗੇ। ਫਰੈਂਚ ਵੀ ਚਾਹੁੰਦੇ ਸੀ, ਜਿਹੜੇ ਫਰੈਂਚ ਦੇ ਕੰਪੀਟੀਟਰ ਸੀਗੇ ਉਹ ਸੀ ਇੰਗਲਿਸ਼। ਸੋ ਇੱਕ ਦੂਜੇ ਦੇ ਅਗੇਂਸਟ ਸੀਗੇ ਦੋਨੇ ਪਾਵਰਸ। ਸੋ ਦੋਨੇ ਇੱਕੋ ਦਮ ਪੈਰਲਲ ਚੱਲ ਰਹੇ ਸੀਗੇ। ਜਿਹੜੇ ਇਹ ਵੋਰ ਸੀ ਕਰਨੈਟਿਕ ਵੋਰਸ, ਇਹਨਾਂ ਨੇ ਡਿਸਾਈਡ ਕੀਤਾ ਕਿ ਫਰੈਂਚ ਰਹਿਣਗੇ ਜਾਂ ਬ੍ਰਿਟਿਸ਼ਰਸ ਰਹਿਣਗੇ। ਸੋ ਆਪਾਂ ਅੱਗੇ ਪੜ੍ਹਦੇ ਹਾਂ ਕੌਣ ਜਿੱਤਿਆ ਅਤੇ ਕੌਣ ਹਾਰਿਆ। ਸੋ ਜਿਹੜਾ ਆਪਣਾ ਸਟਰਗਲ ਹੈ ਉਹ ਫਰੈਂਚ ਅਤੇ ਇੰਗਲਿਸ਼ ਵਿੱਚ ਰਿਹਾ। ਜਿਹੜਾ ਆਪਣਾ ਪਹਿਲਾ ਕਰਨੈਟਿਕ ਵੋਰ ਸੀਗਾ ਉਹ ਕਿਉਂ ਹੋਇਆ ਸੀਗਾ, ਕਿਉਂਕਿ
ਆਸਟਰੀਆ ਦਾ ਜਿਹੜਾ ਸਕਸੈਸ਼ਨ ਚੱਲ ਰਿਹਾ ਸੀਗਾ, ਯੂਰਪ ਦੇ ਵਿੱਚ ਇਹਨਾਂ ਦੋਨਾਂ ਦੀ ਲੜਾਈ ਚੱਲ ਰਹੀ ਸੀ, ਉਸ ਕਰਕੇ ਇਹ ਵਾਰ ਹੋਇਆ ਸੀਗਾ। ਜਿਹੜਾ ਫਸਟ ਕਰਨੈਟਿਕ ਵਾਰ ਹੋਇਆ ਸੀਗਾ, ਇਹ ਕਿਵੇਂ ਐਂਡ ਹੋਇਆ, ਕਿਹੜੀ ਟਰੀਟੀ ਨਾਲ ਐਂਡ ਹੋਇਆ, ਇਹ ਆਪਾਂ ਜ਼ਰੂਰ ਯਾਦ ਰੱਖਣਾ। ਐਕਸ ਲਾ ਚਪੇਲਾ, ਇਹ 1748 ਦੇ ਵਿੱਚ ਇਹ ਟਰੀਟੀ ਹੋਈ ਸੀਗੀ। ਜਿਵੇਂ ਤੁਸੀਂ ਪੜ੍ਹ ਸਕਦੇ ਹੋ 1746 ਤੋਂ ਲੈ ਕੇ ਸਾਰਾ 1748 ਤੱਕ ਇਹ ਵਾਰ ਚੱਲਿਆ। ਜਿਹੜੀ ਟਰੀਟੀ ਹੋਈ ਸੀ ਐਕਸ ਲਾ ਚਪਲਾ 1748 ਦੇ ਵਿੱਚ ਹੋਈ ਸੀਗੀ, ਜਿਹੜੀ ਫਸਟ ਕਰਨੈਟਿਕ ਵਾਰ ਨੂੰ ਐਂਡ ਕੀਤਾ। ਜਿਹੜੀ ਆਪਣੀ ਸੈਕਿੰਡ ਕਰਨੈਟਿਕ ਵਾਰ ਸੀ 1749 ਤੋਂ ਲੈ ਕੇ 1754 ਤੱਕ ਚੱਲੀ ਸੀਗੀ। ਇਹ ਕਿਉਂ ਹੋਈ ਸੀਗੀ, ਇਹ ਜ਼ਰੂਰ ਕੁਐਸਚਨ ਬਣਦਾ ਕਿ ਕਿਉਂ ਹੋਈ ਸੀਗੀ। ਇਹ ਹੋਈ ਸੀ ਸਕਸੈਸ਼ਨ ਨੂੰ ਲੈ ਕੇ, ਜੰਗ ਤੇ ਮੁਜ਼ੱਫਰ ਜੰਗ ਦੇ ਸਕਸੈਸ਼ਨ ਨੂੰ ਲੈ ਕੇ, ਨਸੀਰ ਜੰਗ ਤੇ ਮੁਜ਼ੱਫਰ ਜੰਗ ਦੇ। ਜਿਹੜਾ ਨਸੀਰ ਜੰਗ ਦਾ ਜਿਹੜਾ ਸਾਥ ਦੇ ਰਹੇ ਸੀ ਉਹ ਦੇ ਰਹੇ ਸੀ ਬ੍ਰਿਟਿਸ਼ਰ, ਜਿਹੜਾ ਮੁਜ਼ੱਫਰ ਜੰਗ ਦਾ ਸਾਥ ਦੇ ਰਹੇ ਸੀਗੇ ਉਹ ਦੇ ਰਹੇ ਸੀਗੇ ਆਪਣੇ ਫਰੈਂਚ। ਜਿਹੜੀ ਫਰੈਂਚ ਨੂੰ ਇਹਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਇਸ ਵਾਰ ਦੇ ਵਿੱਚ। ਜਿਹੜੀ ਇਸ ਵਾਰ ਦਾ ਐਂਡ ਹੋਇਆ ਸੀਗਾ ਉਹ ਹੋਇਆ ਸੀ ਟ੍ਰੀਟੀ ਆਫ ਪੌਂਡੀਚੇਰੀ ਤੋਂ। ਸੋ ਆਪਾਂ ਵੇਖਦੇ ਹਾਂ ਜਿਹੜੀ ਸੈਕਿੰਡ ਵਾਰ ਹੋਈ ਸੀ 1749 ਤੋਂ ਲੈ ਕੇ 1754 ਤੱਕ, ਜਿਹੜੀ ਫਸਟ ਹੋਈ ਸੀ 1746 ਤੋਂ ਲੈ ਕੇ 1748 ਤੱਕ। ਜਿਹੜੀ ਫਸਟ ਟ੍ਰੀਟੀ ਹੋਈ ਸੀਗੀ ਵਾਰ ਨੂੰ ਲੈ ਕੇ ਉਹ ਹੋਈ ਸੀ ਐਕਸ ਲਾ ਚਾਪਿਲਾ। ਜਿਹੜੀ ਦੂਜੀ ਵਾਰੀ ਟ੍ਰੀਟੀ ਹੋਈ ਹੈ ਉਹ ਹੋਈ ਸੀ ਟ੍ਰੀਟੀ ਆਫ ਪੌਂਡੀਚੇਰੀ। ਸੋ ਆਪਾਂ ਸਾਰਾ ਕੁਝ ਧਿਆਨ ਰੱਖਣਾ ਵੀ ਕਦੋਂ ਵਾਰ ਹੋਈ, ਕਦੋਂ ਟ੍ਰੀਟੀ ਹੋਈ, ਕਿਉਂਕਿ ਇਹ ਕਰੋਨੋਲੋਜੀਕਲ ਆਰਡਰ ਕਦੋਂ ਹੋਈਆਂ ਅਤੇ ਕਿੱਥੇ ਹੋਈਆਂ ਇਹ ਬਹੁਤ ਹੀ ਇੰਪੋਰਟੈਂਟ ਰਹਿੰਦਾ ਹਿਸਟਰੀ ਵਿੱਚ, ਤੁਹਾਨੂੰ ਪਤਾ ਹੀ ਹੋਊਗਾ। ਜਿਹੜੀਆਂ ਡੇਟਸ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਰਹਿੰਦੀਆਂ। ਸੋ ਨੈਕਸਟ ਹੈ ਥਰਡ ਕਰਨੈਟਿਕ ਵਾਰ, ਜਿਹੜੀ 1756 ਤੋਂ ਲੈ ਕੇ 1763 ਦੇ ਵਿੱਚ ਹੋਈ ਸੀਗੀ। ਇਹ ਵੀ ਜਿਹੜੀ ਯੂਰਪ ਦੇ ਵਿੱਚ ਵਾਰ ਹੋਈ ਸੀ ਉਹਦਾ ਹੀ ਨਤੀਜਾ ਸੀਗੀ। ਜਿਹੜੀ ਪਹਿਲੀ ਹੋਈ ਸੀਗੀ ਉਹਦੇ ਵਿੱਚ ਫਰੈਂਚ ਦੀ ਹੀ ਜਿੱਤ ਹੋਈ ਸੀ, ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ। ਉਹਦੇ ਵਿੱਚ ਫਰੈਂਚ ਦੀ ਜਿੱਤ ਹੋਈ ਸੀਗੀ। ਜਿਹੜੀ ਸੈਕਿੰਡ ਦੇ ਵਿੱਚ ਇੰਗਲਿਸ਼ ਦੀ ਜਿੱਤ ਹੋਈ ਸੀਗੀ। ਜਿਹੜੀ ਥਰਡ ਸੀਗੀ ਉਹਦੇ ਵਿੱਚ ਫਿਰ ਫਰੈਂਚ ਹਾਰ ਗਏ ਸੀਗੇ। ਜੋ ਥਰਡ ਕਰਨੈਟਿਕ ਵਾਰ ਹੋਈ ਸੀ 1756 ਤੋਂ ਲੈ ਕੇ 1763 ਤੱਕ ਚੱਲੀ ਸੀਗੀ। ਇਹ ਵੀ ਯੂਰਪ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਖਰਾਬ ਹੋ ਗਈਆਂ ਸੀ ਉਹਦੇ ਕਾਰਨ ਹੋਈ ਸੀਗੀ। ਇਹਦੇ ਵਿੱਚ ਜਿਹੜੀ ਸਭ ਤੋਂ ਜਿਹੜੀ ਮੇਜਰ ਬੈਟਲ ਹੋਈ ਸੀਗੀ ਉਹ ਹੋਈ ਸੀ ਬੈਟਲ ਆਫ ਵਾਂਡੀਵਾਸ਼। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬੈਟਲ ਹੈ। 1760 ਦੇ ਵਿੱਚ ਇਹ ਹੋਈ ਸੀਗੀ। 1761 ਦੇ ਵਿੱਚ ਆਪਣੀ ਬੈਟਲ ਆਫ ਪਾਣੀਪਤ ਹੋਈ ਸੀਗੀ। ਇਹ ਦੋਨੇ ਵਾਰਸ ਤੇ ਬੈਟਲ ਆਫ ਬਕਸਰ 1764 ਦੇ ਵਿੱਚ ਹੋਈ ਸੀ। ਇਹ ਤਿੰਨੇ ਵਾਰ ਨੇ ਇੰਡੀਆ ਦਾ ਫਿਊਚਰ ਬਹੁਤ ਹੀ ਜ਼ਿਆਦਾ ਡਿਸਾਈਡ ਕੀਤਾ ਹੈ ਵੀ ਕਿਹੜੀ ਪਾਵਰ ਹੈ ਜਿਹੜੀ ਰੂਲ ਕਰੂਗੀ, ਜਾਂ ਮਰਾਠੇ ਰੂਲ ਕਰਨਗੇ, ਜਾਂ ਫਰਾਂਸ ਰੂਲ ਕਰੇਗਾ, ਜਾਂ ਬ੍ਰਿਟਿਸ਼ ਰੂਲ ਕਰਨਗੇ। ਇਹ ਬਹੁਤ ਹੀ ਜ਼ਿਆਦਾ ਬੈਟਲਸ ਤਿੰਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੀਆਂ। ਜਿਹੜੀ ਬੈਟਲ ਆਫ ਵਾਂਡੀਵਾਸ਼ 1760, ਬੈਟਲ ਆਫ ਪਾਣੀਪਤ 1761 ਦੀ ਜਿਹੜੀ ਬੈਟਲ ਆਫ ਬਕਸਰ 1764, ਇਹ ਤਿੰਨ ਬੈਟਲ ਹਿਸਟਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੀਆਂ ਨੇ। ਸੋ ਆਪਾਂ ਧਿਆਨ ਰੱਖਣਾ ਇਹਨਾਂ ਸਾਰਿਆਂ ਦਾ। ਸੋ ਬੈਟਲ ਆਫ ਵਾਂਡੀਵਾਸ਼ ਦੇ ਵਿੱਚ ਜਿਹੜੇ ਆਪਣੇ ਫਰੈਂਚ ਹਾਰ ਗਏ ਸੀ ਅਤੇ ਇੰਗਲਿਸ਼ ਜਿੱਤ ਗਏ ਸੀਗੇ। ਸੋ ਇੱਥੋਂ ਇਹ ਡਿਸਾਈਡ ਹੋ ਗਿਆ ਸੀਗਾ ਵੀ ਅੱਗੇ ਇੰਡੀਆ 'ਤੇ ਇੰਗਲਿਸ਼ ਹੀ ਰੂਲ ਕਰਨਗੇ। ਇਸ ਤੋਂ ਬਾਅਦ 1761 ਦੇ ਵਿੱਚ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਮਰਾਠਿਆਂ ਨੂੰ ਹਰਾ ਦਿੱਤਾ ਤਾਂ ਉੱਥੋਂ ਤਾਂ ਇਹ ਪੱਕਾ ਹੀ ਹੋ ਗਿਆ ਕਿ ਇੰਡੀਆ ਵਿੱਚ ਕੌਣ ਰੂਲ ਕਰੂਗਾ ਅੱਗੇ। ਸੋ ਜਿਹੜਾ ਇਹਦਾ ਐਂਡ ਹੋਇਆ ਸੀਗਾ ਕਰਨਾਟਿਕ ਵਾਰ ਦਾ ਉਹ ਹੋਇਆ ਸੀਗਾ ਟ੍ਰੀਟੀ ਆਫ ਪੈਰਿਸ ਦੇ ਥਰੂ, ਜਿਹੜੀ 1763 ਦੇ ਵਿੱਚ ਹੋਈ ਸੀਗੀ। ਜਿਹੜਾ ਕਰਨਾਟਿਕ ਵਾਰ ਸੀਗਾ ਉਹਨੇ ਬ੍ਰਿਟਿਸ਼ ਨੂੰ ਇੱਕਦਮ ਇੰਡੀਆ ਦੇ ਵਿੱਚ ਮੇਜਰ ਪਾਵਰ ਬਣਾ ਦਿੱਤਾ ਸੀਗਾ। ਸੋ ਆਪਣਾ ਨੈਕਸਟ ਹੈ ਜਿਹੜਾ ਆਪਾਂ ਹੁਣ ਇਸ ਟੌਪਿਕ 'ਚ ਪੜ੍ਹਾਂਗੇ ਕੰਕੁਐਸਟ ਆਫ ਬੰਗਾਲ। ਬੰਗਾਲ ਬਹੁਤ ਹੀ ਇੰਪੋਰਟੈਂਟ ਟੈਰੀਟਰੀ ਰਹੀ ਹੈ ਉਸ ਟਾਈਮ 'ਤੇ, ਕਿਉਂਕਿ ਬੰਗਾਲ ਸੈਂਟਰਲੀ ਲੋਕੇਟਿਡ ਸੀਗਾ। ਉਸ ਤੋਂ ਜਿਹੜੀਆਂ ਫੋਰਸਿਸ ਸੀਗੀਆਂ, ਜਿਹੜੇ ਉਹਨਾਂ ਦੀਆਂ ਟੁਕੜੀਆਂ ਸੀਗੀਆਂ ਫੌਜ ਦੀਆਂ, ਉਹ ਬਹੁਤ ਹੀ ਜ਼ਿਆਦਾ ਈਜ਼ੀਲੀ ਮੂਵ ਕਰ ਸਕਦੀਆਂ ਸੀ ਸਾਊਥ ਨੌਰਥ। ਇਸ ਲਈ ਉਹ ਉਸ ਟਾਈਮ 'ਤੇ ਜਿਹੜਾ ਸੈਂਟਰ ਪੁਆਇੰਟ ਸੀਗਾ ਉਹ ਸੀਗਾ ਬੰਗਾਲ। ਸੋ ਬੰਗਾਲ ਨੂੰ ਬੰਗਾਲ 'ਤੇ ਕਬਜ਼ਾ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਸੀਗਾ। ਉਸ ਟਾਈਮ 'ਤੇ ਐਵੇਂ ਸੀਗਾ ਜਿਹਨੇ ਬੰਗਾਲ 'ਤੇ ਕਬਜ਼ਾ ਕਰ ਲਿਆ, ਉਹਨਾਂ ਦੇ ਸੋਰਸਿਸ 'ਤੇ ਕਬਜ਼ਾ ਕਰ ਲਿਆ, ਉਸਨੇ ਇੰਡੀਆ 'ਤੇ ਰੂਲ ਕਰਨਾ ਸਟਾਰਟ ਕਰਤਾ। ਸੋ ਇਸ ਲਈ ਬੰਗਾਲ ਦਾ ਜਿਹੜਾ ਕਬਜ਼ਾ ਬਹੁਤ ਹੀ ਜ਼ਿਆਦਾ ਜ਼ਰੂਰੀ ਰਹਿੰਦਾ। ਜਿਵੇਂ ਕਿ ਇਹਦੇ ਵਿੱਚ ਆਪਾਂ ਪੜ੍ਹਾਂਗੇ ਬੈਟਲ ਆਫ ਬਕਸਰ, ਬੈਟਲ ਆਫ ਪਲਾਸੀ। ਸੋ ਇਹ ਬਹੁਤ ਇੰਪੋਰਟੈਂਟ ਹੈ, ਜਿਵੇਂ ਤੁਸੀਂ ਸਾਰੀਆਂ ਨੇ ਸੁਣਿਆ ਹੀ ਹੋਊਗਾ ਸਾਰੀਆਂ ਬੈਟਲਸ ਬਾਰੇ। ਸੋ ਆਪਾਂ ਇਹਨਾਂ ਨੂੰ ਅੱਜ ਪੜ੍ਹਾਂਗੇ ਵੀ ਜਿਹੜਾ ਬੈਟਲ ਆਫ ਪਲਾਸੀ ਦਾ ਕਾਰਨ ਕੀ ਸੀਗਾ। ਜਿਵੇਂ ਵੇਖ ਸਕਦੇ ਹਾਂ ਇਹਦੇ ਤਿੰਨ ਮੁੱਖ ਕਾਰਨ ਸੀਗੇ। ਜਿਵੇਂ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ 1717 ਦੇ ਵਿੱਚ ਇੱਕ ਫਰਮਾਨ ਇਸ਼ੂ ਕੀਤਾ ਸੀਗਾ ਫਾਰੂਕ ਸ਼ਿਆਰ ਨੇ। ਉਹਦੇ ਫਰਮਾਨ ਦੇ ਥਰੂ ਕੁਛ ਨਾ ਕੁਛ ਕੰਸੈਸ਼ਨ ਦਿੱਤੇ ਗਏ ਸੀਗੇ ਬ੍ਰਿਟਿਸ਼ਰਸ ਨੂੰ ਕਿ ਤੁਹਾਡੇ ਜਿਹੜੇ ਟਰੇਡਸ ਹੈ ਕੁਛ ਟਰੇਡ ਫਰੀ ਏਰੀਆਜ਼ ਦਿੱਤੇ ਗਏ ਸੀਗੇ ਵੀ ਤੁਸੀਂ ਇਹਨਾਂ ਆਸਾਨੀ ਨਾਲ ਟਰੇਡ ਕਰ ਸਕੋ, ਤੁਹਾਨੂੰ ਕੁਛ ਟੈਕਸ ਨਹੀਂ ਲੱਗੂਗਾ। ਪਰ ਜਿਹੜੇ ਬ੍ਰਿਟਿਸ਼ਰਸ ਨੇ ਇਹਦਾ ਫਾਇਦਾ ਬਹੁਤ ਜ਼ਿਆਦਾ ਚੱਕਿਆ, ਇਸ ਕਰਕੇ ਇਹ ਵੀ ਇੱਕ ਮੁੱਖ ਕਾਰਨ ਬਣਿਆ ਸੀ। ਜਿਹੜਾ ਦੂਜਾ ਕਾਰਨ ਬਣਿਆ ਸੀਗਾ ਜਿਹੜਾ ਇਹਨਾਂ ਦਾ ਜਿਹੜਾ ਉਸ ਟਾਈਮ 'ਤੇ ਰਾਜਾ ਸੀਗਾ ਬੰਗਾਲ ਦਾ ਸਿਰਾਜੂ ਉਦ ਦੌਲਾ, ਇਹਦਾ ਜਿਹੜਾ
ਪੋਲੀਟੀਕਲ ਰਾਈਵਲ ਸੀਗਾ, ਜਿਹੜਾ ਇਹਦਾ ਦੁਸ਼ਮਣ ਸੀਗਾ ਜਿਹਦਾ ਨਾਮ ਸੀਗਾ ਘਸੀਟੀ ਬੇਗਮ, ਉਹਨਾਂ ਨੂੰ ਇੱਕ ਸ਼ਰਨ ਦਿੱਤੀ ਸੀਗੀ, ਪੋਲੀਟੀਕਲ ਸ਼ਰਨ ਦਿੱਤੀ ਸੀ ਅੰਗਰੇਜ਼ਾਂ ਨੇ। ਦੂਜਾ ਕਾਰਨ ਬਣਿਆ ਇੱਕ ਸੀਗਾ ਕਲਕੱਤਾ ਦੇ ਵਿੱਚ ਫੋਰਟ ਵਿਲੀਅਮਸ ਨੂੰ ਫੋਰਟੀਫਾਈ ਕਰਨਾ, ਮਤਲਬ ਜਿਹੜੀ ਉਹਨਾਂ ਦੀ ਫੈਕਟਰੀ ਸੀ ਉਹਨਾਂ ਨੂੰ ਫੋਰਟੀਫਾਈ ਕਰ ਲਿਆ। ਮਤਲਬ ਫੋਰਟੀਫਾਈ ਆਪਾਂ ਕਿਉਂ ਕਰਦੇ ਹਾਂ, ਕਿਉਂਕਿ ਅਗਰ ਆਪਣੇ ਜਿਹੜੇ ਇਰਾਦੇ ਹੈ ਉਹ ਜੰਗ ਦੇ ਇਰਾਦੇ ਹੈ। ਸੋ ਜਿਹੜਾ ਬੰਗਾਲ ਦੇ ਜਿਹੜੇ ਰਾਜੇ ਨੂੰ ਸੀਗੀ ਇਹਦੇ 'ਤੇ ਓਬਜੈਕਸ਼ਨ ਸੀਗਾ, ਇਹਦੇ 'ਤੇ ਮਤਲਬ ਤਕਰਾਰ ਸੀਗਾ ਵੀ ਇਹ ਨਹੀਂ ਹੋ ਸਕਦਾ, ਵੀ ਕਿਉਂ ਕੀਤੀ ਤੁਸੀਂ ਫੋਰਟੀਫਿਕੇਸ਼ਨ, ਜਿਹੜੀ ਤੁਹਾਨੂੰ ਕੰਮ ਕਰਨ ਲਈ ਜਿਹੜੀ ਫੈਕਟਰੀ ਦਿੱਤੀ ਗਈ ਹੈ ਉਹਦੀ ਫੋਰਟੀਫਿਕੇਸ਼ਨ ਕਰਨ ਦੀ ਲੋੜ ਨਹੀਂ। ਸੋ ਇਹ ਮੁੱਖ 3 ਕਾਰਨ ਸੀਗੇ। ਇੱਕ ਤਾਂ ਸੀਗਾ ਮਿਸਯੂਜ਼ ਆਫ ਟਰੇਡਸ, ਜਿਹੜੇ ਉਹਨਾਂ ਨੂੰ ਉਹਦੇ ਕੰਸੈਸ਼ਨ ਦਿੱਤੇ ਗਏ ਸੀਗੇ। ਇੱਕ ਸੀ ਘਸੀਟੀ ਬੇਗਮ ਨੂੰ ਜਿਹੜਾ ਉਹਨਾਂ ਨੇ ਉਹਦੀ ਅਸਾਈਲਮ ਦਿੱਤਾ ਸੀਗਾ। ਤੀਜਾ ਫੋਰਟੀਫਿਕੇਸ਼ਨ ਆਫ ਫੋਰਟ ਵਿਲੀਅਮ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਸੋ ਫਾਈਨਲੀ ਇਹ ਫੋਰਟ ਹੋਈ ਬੈਟਲ ਆਫ ਪਲਾਸੀ 1757 ਦੇ ਵਿੱਚ, 23 ਜੂਨ 1757 ਦੇ ਵਿੱਚ, ਇੰਗਲਿਸ਼ ਅਤੇ ਸਿਰਾਜੂ ਉਦ ਦੌਲਾ ਦੇ ਵਿੱਚ। ਇਹ ਵੀ ਆਪਾਂ ਯਾਦ ਰੱਖਣਾ ਕਿਹਦੇ ਵਿੱਚ ਹੋਈ ਸੀ, ਇੰਗਲਿਸ਼ ਅਤੇ ਸਿਰਾਜੂ ਉਦ ਦੌਲਾ ਦੇ ਵਿੱਚ। ਜਿਹੜੇ ਇਹਦੇ ਰਿਜ਼ਲਟ ਸੀਗੇ ਉਹ ਕੀ ਆਏ, ਸਿਰਾਜੂ ਉਦ ਦੌਲਾ ਹਾਰ ਗਿਆ ਅਤੇ ਬ੍ਰਿਟਿਸ਼ਰ ਜਿੱਤ ਗਏ, ਕਿਉਂਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਧੋਖਾ ਕੀਤਾ ਸੀਗਾ ਸਿਰਾਜੂ ਉਦ ਦੌਲਾ ਨਾਲ। ਜਿਹੜੇ ਉਹਨਾਂ ਦੇ ਮੁੱਖ ਜਿਹੜੇ ਸੈਨਾ ਸੀਗੀ ਉਹਨਾਂ ਨੂੰ ਆਪਦੇ ਨਾਲ ਪਹਿਲਾਂ ਹੀ ਰਲਾ ਲਿਆ ਸੀਗਾ, ਇਸ ਕਰਕੇ ਇਹ ਬੈਟਲ ਹਾਰ ਗਿਆ ਸੀ ਸਿਰਾਜੂ ਉਦ ਦੌਲਾ। ਅਤੇ ਜਿਹੜੀ ਉਹਨਾਂ ਦੀ ਫੋਰਸ ਸੀਗੀ ਬ੍ਰਿਟਿਸ਼ਰ ਸੀ ਬਹੁਤ ਹੀ ਘੱਟ ਸੀਗੀ ਐਜ਼ ਕੰਪੇਅਰ ਟੂ ਸਿਰਾਜੂ ਦੌਲਾ। ਫਿਰ ਵੀ ਬ੍ਰਿਟਿਸ਼ਰ ਜਿੱਤ ਗਏ ਉਸ ਲੜਾਈ ਦੇ ਵਿੱਚ, ਕਿਉਂਕਿ ਉਹਨਾਂ ਨੇ ਧੋਖਾ ਕੀਤਾ ਸੀਗਾ। ਸੋ ਇਸ 'ਤੇ ਜਿੱਤਣ ਨਾਲ ਉਹਨਾਂ ਨੂੰ ਕੀ ਫਾਇਦਾ ਹੋਇਆ, ਜਿਹੜੇ ਉਹਨਾਂ ਨੂੰ ਗਰੰਟਿਡ ਜਿਹੜਾ ਹੁਣ ਉੱਥੇ ਟਰੇਡ ਕਰ ਸਕਦੇ ਸੀ ਕਿ ਬੰਗਾਲ, ਬਿਹਾਰ ਅਤੇ ਉੜੀਸਾ ਦੇ ਵਿੱਚ, ਅਤੇ ਬਾਕੀ ਉਹਨਾਂ ਨੂੰ ਜ਼ਮੀਂਦਾਰਾ ਰਾਈਟ ਮਿਲ ਗਏ 25 ਪਰਗਾਨਿਆਂ ਦੇ ਵਿੱਚ, ਕਲਕੱਤਾ ਦੇ ਵਿੱਚ। ਸੋ ਇਹ ਆਪਾਂ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਕਿ ਇਹਦੇ ਰਿਜ਼ਲਟਸ ਕੀ ਆਏ। ਸੋ ਨੈਕਸਟ ਹੈ ਜਿਹੜੀ ਆਪਣੀ ਨੈਕਸਟ ਬੈਟਲ ਹੋਈ ਉਹ ਸੀ ਬੈਟਲ ਆਫ ਬਕਸਰ। ਇਹਦੇ ਵਿੱਚ ਜਿਹੜੇ ਇਹਦੇ 2 ਮੁੱਖ ਕਾਰਨ ਕੀ ਸੀਗੇ, ਜਿਹੜਾ ਇਹਦਾ ਰਾਜਾ ਸੀਗਾ ਮੀਰ ਕਾਸਿਮ, ਉਹ ਬਹੁਤ ਹੀ ਐਫੀਸ਼ੀਐਂਟ ਰੂਲਰ ਸੀਗਾ। ਉਹਨੇ ਬ੍ਰਿਟਿਸ਼ ਇੰਟਰਫੇਰੈਂਸ ਤੋਂ ਬਚਣ ਵਾਸਤੇ ਜਿਹੜੀ ਆਪਣੀ ਕੈਪੀਟਲ ਹੈ ਮੁਰਸ਼ਿਦਾਬਾਦ ਤੋਂ ਮੁੰਗੇਰ ਕਰ ਲਈ ਸੀਗੀ। ਅਤੇ ਜਿਹੜੇ ਉਹਨੇ ਜਿਵੇਂ ਹੁਣ ਕੁਛ ਨਾ ਕੁਛ ਰਾਈਟਸ ਬ੍ਰਿਟਿਸ਼ਰ ਨੂੰ ਦਿੱਤੇ ਗਏ ਸੀ ਪਰ ਇੰਡੀਅਨਸ ਨੂੰ ਨਹੀਂ ਦਿੱਤੇ ਗਏ ਸੀਗੇ। ਸੋ ਉਹਨੇ ਇਕੁਅਲ ਰਾਈਟਸ ਨੂੰ ਕਰਨ ਵਾਸਤੇ ਉਹ ਜਿਹੜੇ ਰਾਈਟਸ ਹੈ ਇੰਡੀਅਨ ਨੂੰ ਵੀ ਪ੍ਰੋਵਾਈਡ ਕਰਤੇ ਸੀ, ਅਤੇ ਜਿਹੜੀ ਡਿਊਟੀਜ਼ ਹੈ ਉਹ ਸਾਰੀਆਂ ਇੰਡੀਅਨਸ ਵਾਸਤੇ ਵੀ ਇਕੁਅਲ ਕਰ ਦਿੱਤੀਆਂ ਸੀਗੀਆਂ। ਸੋ ਇਹ 2 ਮੁੱਖ ਕਾਰਨ ਬਣੇ ਸੀਗੇ ਜਿਹੜੇ ਬੈਟਲ ਆਫ ਬਕਸਰ ਦੇ ਬਣੇ ਸੀਗੇ। ਸੋ ਇਹ ਬੈਟਲ ਹੋਈ ਸੀਗੀ 12 ਅਕਤੂਬਰ 1764 ਨੂੰ। ਸੋ ਆਪਾਂ ਯਾਦ ਰੱਖਣਾ ਜਿਹੜੀ ਬੈਟਲ ਆਫ ਵਾਂਡੀਵਾਸ਼ ਹੋਈ ਸੀਗੀ 1760 ਨੂੰ, ਜਿਹੜੀ ਬੈਟਲ ਆਫ ਬਕਸਰ ਹੋਈ ਸੀ 1758 ਨੂੰ। ਇਹ ਆਪਾਂ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਸੋ ਜਿਹੜੇ ਮੀਰ ਕਾਸਿਮ ਦੇ ਜਿਹੜੇ ਨਾਲ ਸੀਗੇ ਉਹ ਸੀ ਨਵਾਬ ਆਫ ਅਵਧ, ਸਿਰਾਜੂ ਉਦ ਦੌਲਾ, ਜਿਹੜਾ ਮੁਗਲ ਐਂਪਰਰ ਸ਼ਾਹ ਆਲਮ ਸੀਗਾ। ਜਿਹੜੇ ਬ੍ਰਿਟਿਸ਼ ਆਰਮੀ ਨੂੰ ਜਿਹੜਾ ਹੈੱਡ ਕਰ ਰਿਹਾ ਸੀਗਾ ਉਹ ਸੀਗਾ ਮੇਜਰ ਮੁਨਰੋ। ਆਪਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣਾ ਹੈ, ਕਿਉਂਕਿ ਆਪਾਂ ਸਿਰਫ ਕੋਈ ਇੱਕ ਐਗਜ਼ਾਮ ਦੀ ਤਿਆਰੀ ਦੇ ਪਰਸਪੈਕਟਿਵ ਨਾਲ ਨਹੀਂ ਪੜ੍ਹ ਰਹੇ, ਕੋਈ ਵੀ ਛੋਟੇ ਤੋਂ ਲੈ ਕੇ ਵੱਡੇ ਐਗਜ਼ਾਮ ਦੀ ਤਿਆਰੀ ਤੱਕ ਇਹ ਸਾਰੇ ਕੁਐਸਚਨ ਇੰਪੋਰਟੈਂਟ ਰਹਿਣਗੇ। ਸੋ ਨੈਕਸਟ ਹੈ ਜਿਹੜੇ ਇਹਦੇ ਰਿਜ਼ਲਟ ਕੀ ਰਹੇ, ਜਿਹੜੀ ਆਪਣੀ ਬੈਟਲ ਆਫ ਬਕਸਰ ਹੋਈ ਸੀ ਇਹਦੇ ਰਿਜ਼ਲਟ ਕੀ ਰਹੇ। ਇਹਦੇ ਵਿੱਚ ਨਵਾਬ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ 1765 ਦੇ ਵਿੱਚ ਕਲਾਈਵ ਇਹਦਾ ਗਵਰਨਰ ਬਣ ਗਿਆ ਬੰਗਾਲ ਦਾ, ਅਤੇ ਜਿਹੜੇ ਉਹਦੇ ਕੋਲ ਦੀਵਾਨੀ ਰਾਈਟ ਸੀਗੇ ਬੰਗਾਲ, ਬਿਹਾਰ, ਉੜੀਸਾ ਦੇ, ਉਹ ਵੀ ਮਿਲ ਗਏ ਇਹਨਾਂ ਨੂੰ, ਅਤੇ ਹੁਣ ਫਰੀਲੀ ਟਰੇਡ ਕਰ ਸਕਦੇ ਸੀ ਬੰਗਾਲ ਦੇ ਵਿੱਚ। ਇੱਕ ਤਰ੍ਹਾਂ ਦੇ ਉੱਥੋਂ ਦੇ ਰੂਲਰ ਹੀ ਬਣ ਗਏ ਸੀ ਬੈਟਲ ਆਫ ਬਕਸਰ ਤੋਂ ਬਾਅਦ। ਇਹ ਬਹੁਤ ਹੀ ਡਿਸੈਸਿਵ ਬੈਟਲ ਰਹੀ ਹੈ ਹਿਸਟਰੀ ਦੇ ਵਿੱਚ, ਬੈਟਲ ਆਫ ਬਕਸਰ ਅਤੇ ਬੈਟਲ ਆਫ ਪਲਾਸੀ। ਇਹਦੀਆਂ ਜਿਹੜੀਆਂ ਡੇਟਸ ਹੈ, ਇਹਨਾਂ ਦੇ ਜਿਹੜੇ ਅਲਾਈਜ਼ ਹੈ, ਕਿਹਨਾਂ ਦੇ ਵਿੱਚ ਫੋਟ ਹੋਈ, ਕਿਹੜਾ ਗਵਰਨਰ ਹੈੱਡ ਕਰ ਰਿਹਾ ਸੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣਗੇ। ਸੋ ਆਪਾਂ ਨੈਕਸਟ ਟੌਪਿਕ ਪੜ੍ਹਦੇ ਹਾਂ। ਇਹਦੇ ਵਿੱਚ ਆਪਾਂ ਨੈਕਸਟ ਟੌਪਿਕ 'ਚ ਪੜ੍ਹਾਂਗੇ ਐਂਗਲੋ ਮੈਸੂਰ ਵਾਰ। ਬਹੁਤ ਹੀ ਇੰਪੋਰਟੈਂਟ ਰਹਿੰਦੀਆਂ ਜਿਹੜੀਆਂ ਵਾਰਸ ਹੈ, ਜਿਹੜੀ ਇਹਨਾਂ ਦੀ ਡੇਟਸ ਹੈ, ਇਹਨਾਂ ਦਾ ਕ੍ਰੋਨੋਲੋਜੀਕਲ ਆਰਡਰ, ਅਤੇ ਇਹਨਾਂ ਦੇ ਅੰਦਰ ਜਿਹੜੀਆਂ ਟਰੀਟੀਜ਼ ਹੋਈਆਂ ਸੀ ਇਹਦੇ ਵਾਰ ਤੋਂ ਬਾਅਦ, ਐਂਡ ਹੋਣ ਤੋਂ ਬਾਅਦ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਫਸਟ ਐਂਗਲੋ ਮੈਸੂਰ ਵਾਰ, ਜਿਹੜੀ ਹੋਈ ਸੀ 1767 ਤੋਂ ਲੈ ਕੇ 1769 ਤੱਕ। ਸੋ ਆਪਾਂ ਜ਼ਰੂਰ ਯਾਦ ਰੱਖਣਾ ਕਦੋਂ ਹੋਈਆਂ ਸੀਗੀਆਂ। ਜਿਹੜੀ ਆਪਣੀ ਸੈਕਿੰਡ ਐਂਗਲੋ ਮੈਸੂਰ ਵਾਰ ਸੀਗੀ ਉਹ ਹੋਈ ਸੀ 1780 ਤੋਂ ਲੈ ਕੇ 1784 ਤੱਕ। ਜਿਹੜੀ ਇਹਦੀ ਟਰੀਟੀ ਹੋਈ ਸੀਗੀ ਸੈਕਿੰਡ ਐਂਗਲੋ ਮੈਸੂਰ ਵਾਰ ਤੋਂ ਬਾਅਦ ਉਹ ਹੋਈ ਸੀ ਟਰੀਟੀ ਆਫ ਮੈਂਗਲੋਰ। ਜਿਹੜੀ ਥਰਡ ਐਂਗਲੋ ਮੈਸੂਰ ਵਾਰ ਹੋਈ ਸੀਗੀ ਉਹ 1790 ਤੋਂ ਲੈ ਕੇ 1792। ਜਿਹੜੀ ਇਹਦੇ ਅੰਡਰ ਜਿਹੜੀ ਟਰੀਟੀ ਹੋਈ ਸੀਗੀ ਉਹ ਹੋਈ ਸੀ ਟਰੀਟੀ ਆਫ ਸਰਿੰਗੀਪਟਨਮ। ਇਹ ਵੀ ਯਾਦ ਰੱਖਣਾ ਹੈ। ਜਿਹੜੀ ਪਹਿਲੀ ਵਾਰ ਉਹੀ ਸਿਰਫ ਮੈਸੂਰ ਜਿੱਤਿਆ ਸੀਗਾ, ਬਾਕੀ ਜਿਹੜੀਆਂ ਵਾਰਸ ਹੈ ਉਹ ਸਾਰੀਆਂ ਮੈਸੂਰ ਬ੍ਰਿਟਿਸ਼ਰਸ ਕੋਲੋਂ ਹਾਰਿਆ ਸੀਗਾ। ਇਹ ਆਪਾਂ ਜ਼ਰੂਰ ਯਾਦ ਰੱਖਣਾ। ਜਿਹੜੀਆਂ ਟਰੀਟੀਜ਼ ਹੈ ਬਹੁਤ ਹੀ ਇੰਪੋਰਟੈਂਟ ਹੈ, ਆਪਾਂ ਇੱਕਦਮ ਪ੍ਰੀਸਾਈਜ਼ਲੀ ਯਾਦ ਕਰਨਾ ਹੈ। ਜਿਵੇਂ ਆਪਾਂ ਟਰੀਟੀ ਆਫ ਮੈਂਗਲੋਰ ਹੈ ਤਾਂ ਆਪਾਂ ਇੱਕਦਮ ਦਿਮਾਗ 'ਚ ਆਉਣਾ ਚਾਹੀਦਾ 1784 'ਚ ਹੋਈ ਸੀਗੀ। ਜਿਹੜੀ ਟਰੀਟੀ ਆਫ ਸਰਿੰਗੀਪਟਨਮ ਹੈ 1792।
ਸੋ ਜਿਹੜਾ ਇਹਨਾਂ ਦਾ ਕ੍ਰੋਨੋਲੋਜੀਕਲ ਆਰਡਰ ਹੈ ਉਹ ਆਪਾਂ ਨੂੰ ਇੱਕਦਮ ਪ੍ਰੀਸਾਈਜ਼ਲੀ ਯਾਦ ਹੋਣਾ ਚਾਹੀਦਾ, ਕਿਉਂਕਿ ਇਹ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਰੈਲੇਵੈਂਟ ਰਹਿੰਦਾ ਹੈ। ਤੁਹਾਨੂੰ CBSE ਅਕੈਡਮੀ ਕੋਸ਼ਿਸ਼ ਕਰ ਰਿਹਾ ਕਿ ਕੋਈ ਵੀ ਟੌਪਿਕ ਹੈ ਉਹਦੀ ਤੁਹਾਨੂੰ 360 ਜਿਹੜਾ ਡਿਗਰੀ ਤੋਂ ਤੁਹਾਨੂੰ ਉਹਦੀ ਜਿਹੜੀ ਨੌਲੇਜ ਪ੍ਰੋਵਾਈਡ ਕੀਤੀ ਜਾਵੇ। ਜਿਵੇਂ ਤੁਹਾਡਾ ਇੱਕ ਟੌਪਿਕ ਹੈ, ਇਹਨੂੰ ਆਪਾਂ ਸਿਰਫ 10 ਤੋਂ ਲੈ ਕੇ 5 ਮਿੰਟ ਦੇ ਵਿੱਚ ਵੀ ਕਵਰ ਕਰ ਸਕਦੇ ਸੀਗੇ, ਪਰ ਅਸੀਂ ਕੋਸ਼ਿਸ਼ ਕੀਤਾ ਹੈ ਕਿ ਤੁਹਾਨੂੰ ਇੱਕ ਪ੍ਰੋਪਰ ਲੈਕਚਰ ਦੇ ਵਿੱਚ ਇਹ ਪੂਰਾ ਟੌਪਿਕ ਕਵਰ ਕੀਤਾ ਜਾਵੇ ਕਿ ਤੁਹਾਡੇ ਅੱਗੇ ਕੋਈ ਵੀ ਐਗਜ਼ਾਮ ਆ ਜਾਏ, ਛੋਟੇ ਤੋਂ ਲੈ ਕੇ ਵੱਡੇ ਤੱਕ, ਉਹ ਸਾਰੇ ਐਗਜ਼ਾਮ ਇਸੇ ਹੀ ਲੈਕਚਰ ਦੇ ਥਰੂ ਕਵਰ ਹੋ ਜਾਣ। ਸੋ ਜਿਹੜਾ ਆਪਾਂ ਹੁਣ ਕਰਨ ਲੱਗੇ ਹਾਂ ਨੈਕਸਟ ਟੌਪਿਕ ਆਪਣਾ ਐਂਗਲੋ ਮਰਾਠਾ ਵਾਰਸ। ਜਿਹੜਾ ਫਸਟ ਮਰਾਠਾ ਵਾਰ ਹੋਇਆ ਸੀ 1775 ਤੋਂ ਲੈ ਕੇ 1782 ਦੇ ਵਿੱਚ। ਜਿਹੜੀ ਇਹਦੀ ਟਰੀਟੀ ਹੋਈ ਸੀਗੀ ਉਹ ਹੋਈ ਸੀ ਟਰੀਟੀ ਆਫ ਸਾਲਬਾਈ, ਜਿਹੜੀ ਹੋਈ ਸੀ 1782 ਦੇ ਵਿੱਚ। ਜਿਹੜੀ ਆਪਾਂ ਪਹਿਲਾਂ ਪੜ੍ਹੀ ਹੈ ਟਰੀਟੀ ਆਫ ਮੈਂਗਲੋਰ, ਉਹ ਹੋਈ ਸੀ 1784 ਦੇ ਵਿੱਚ। ਜਿਹੜੀ ਆਪਾਂ ਪੜ੍ਹੀ ਹੈ ਟਰੀਟੀ ਆਫ ਸਰਿੰਗੀਪਟਨਮ, ਉਹ ਹੋਈ ਸੀ 1792 ਦੇ ਵਿੱਚ। ਜਿਹੜਾ ਆਪਣਾ ਸੈਕਿੰਡ ਐਂਗਲੋ ਮਰਾਠਾ ਵਾਰ ਹੈ ਉਹ ਹੋਇਆ ਸੀ 1803 ਤੋਂ ਲੈ ਕੇ 1805 ਦੇ ਵਿੱਚ, ਜਿਹਦੇ ਵਿੱਚ ਫਿਰ ਮਰਾਠਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਜਿਹੜਾ ਆਪਣਾ ਥਰਡ ਹੈ ਉਹ ਹੋਇਆ ਸੀ 1817 ਤੋਂ ਲੈ ਕੇ 1818 ਦੇ ਵਿੱਚ। ਜਿਹੜੇ ਉਸ ਟਾਈਮ ਦੇ ਗਵਰਨਰ ਜਨਰਲ ਸੀਗੇ ਉਹ ਸੀਗੇ ਲੋਰਡ ਹੈਸਟਿੰਗ। ਸੋ ਆਪਾਂ ਸਾਰੀਆਂ ਚੀਜ਼ਾਂ ਨੂੰ ਯਾਦ ਰੱਖ। ਸਟੂਡੈਂਟਸ ਅੱਜ ਲਈ ਇੰਨਾ ਹੀ। ਜਿਹੜੇ ਆਪਣੇ ਅੱਗੇ ਟੌਪਿਕਸ ਹੈ ਉਹ ਆਪਾਂ ਨੈਕਸਟ ਲੈਕਚਰਸ ਕਵਰ ਕਰਾਂਗੇ। ਅਤੇ ਮੈਂ ਚਾਹੁੰਦਾ ਕਿ ਜਿਹੜੇ ਇਸ ਵੀਡੀਓ ਦੇ ਰਿਵਿਊਜ਼ ਆ ਤੁਸੀਂ ਜ਼ਰੂਰ ਦਿਓ ਕਿ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ, ਅਤੇ ਆਪਾਂ ਹੋਰ ਇਹਦੇ ਵਿੱਚ ਕੀ ਚੇਂਜਿਸ ਲੈ ਕੇ ਆ ਸਕਦੇ ਹਾਂ। ਤੁਹਾਡੇ ਰਿਵਿਊਜ਼ ਬਹੁਤ ਹੀ ਜ਼ਿਆਦਾ ਜ਼ਰੂਰੀ ਰਹਿਣਗੇ। ਸੋ ਥੈਂਕ ਯੂ ਐਵਰੀਵਨ।